हेलो नमस्कार गुड इवनिंग। हाँ जी स्टूडेंट्स, वेलकम टू राहत इंस्टीट्यूट। ਅੱਜ ਆਪਾਂ ਸਾਈਕੋਲੋਜੀ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਸਬਜੈਕਟ ਜਿਸ ਦੇ ਵਿੱਚ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਆਪਣਾ ਜਿਹੜਾ ਸਿਲੇਬਸ ਹੈ ਕੰਪਲੀਟ 60 ਮਾਰਕਸ, ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ 60 ਮਾਰਕਸ ਨੂੰ ਕਵਰ ਕਰਨਾ ਹੈ, ਜਿਹਦੇ ਵਿੱਚ ਮੈਂ ਥੋੜਾ ਤੁਹਾਨੂੰ ਡਿਸਕ੍ਰਾਈਬ ਕਰ ਦੇਣਾ। ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ 20 marks, policies and program related with the pre-primary education 15 marks, curriculum and pre-primary education teaching and learning process 25 marks, means to 60 marks ਨੂੰ ਆਪਾਂ ਇਹਦੇ ਵਿੱਚ ਕਵਰ ਅਪ ਕਰਾਂਗੇ। ਤਾਂ ਬੜੇ ਹੀ ਅੱਛੇ ਤਰੀਕੇ ਦੇ ਨਾਲ ਕਵਰ ਅਪ ਕਰਾਂਗੇ। ਤਾਂ ਤੁਸੀਂ ਇਹ ਧਿਆਨ ਦੇਣਾ ਹੈ ਕਿ ਆਪਣੇ ਵਿੱਚ ਜਿਹੜੀ ਟਾਈਮਿੰਗ ਹੈ, ਜੋ ਆਪਾਂ ਟਾਈਮ ਡਿਸਾਈਡ ਕਰ ਰਹੇ ਇਹਦੇ ਵਿੱਚ ਆਪਣੇ ਕੋਲ ਲਗਭਗ ਅਪਰੋਕਸੀਮੇਟਲੀ 25 ਡੇਜ਼ ਨੇ। ਤਾਂ ਉਹਦੇ ਵਿੱਚ ਆਪਾਂ ਕਿਸ ਤਰ੍ਹਾਂ ਇਸ ਚੀਜ਼ ਨੂੰ ਕਵਰ ਅਪ ਕਰਾਂਗੇ। ਤਾਂ ਆਪਾਂ ਡਾਇਰੈਕਟ ਕੰਟੈਂਟ ਦੇ ਉੱਤੇ ਡਿਸਕਸ ਕਰਾਂਗੇ, ਬਹੁਤਾ ਟਾਈਮ ਵੇਸਟ ਨਹੀਂ ਕਰਨਾ। ਅਕੋਰਡਿੰਗ ਟੂ ਟਾਈਮ ਆਪਾਂ ਇਸ ਚੀਜ਼ ਨੂੰ ਕਵਰ ਅਪ ਕਰਨਾ ਹੈ। ਜਿਹੜਾ ਆਪਣਾ ਅੱਜ ਦਾ ਟੌਪਿਕ ਰਹੇਗਾ ਐਜੂਕੇਸ਼ਨ ਐਂਡ ਪੈਡਾਗੋਜੀ। ਤਾਂ ਸਲਾਈਡਸ ਤੁਹਾਨੂੰ ਨਾਲ ਦੀ ਨਾਲ ਸ਼ੋ ਹੋ ਰਹੀਆਂ ਨੇ, ਜੋ ਸਲਾਈਡਸ ਨੇ ਉਹਨਾਂ ਨੂੰ ਵੀ ਆਪਾਂ ਡਿਸਕਸ ਕਰਾਂਗੇ। ਕੁਛ ਨਿਊ ਕੰਟੈਂਟ ਉਹ ਵੀ ਡਿਸਕਸ ਕਰਾਂਗੇ। ਤਾਂ ਜੋ ਵੀ ਤੁਸੀਂ ਕਮੈਂਟ ਹੈ ਕਮੈਂਟ ਬਾਕਸ ਦੇ ਵਿੱਚ ਲਾਈਵ ਚੈਟ ਵਿੱਚ ਤੁਸੀਂ ਦੱਸ ਸਕਦੇ ਹੋ। ਇਸ ਤੋਂ ਇਲਾਵਾ ਲੈਕਚਰਸ ਖਤਮ ਹੋਣ ਤੋਂ ਬਾਅਦ ਤੁਹਾਡੀ ਅਗਰ ਕੋਈ ਕੁਐਰੀਜ਼ ਰਹਿੰਦੀਆਂ ਨੇ, ਜੋ ਤੁਹਾਡੇ ਕੋਲ ਆਪਣੀ ਸਲਾਈਡਸ ਉੱਪਰ ਨੰਬਰ ਆ ਰਹੇ ਨੇ, ਤੁਸੀਂ ਉਹਨਾਂ ਨੂੰ ਡਿਸਕਸ ਕਰ ਸਕਦੇ ਹੋ। ਗੁੱਡ ਈਵਨਿੰਗ ਟੂ ਆਲ ਆਫ ਯੂ। ਤਾਂ ਆਪਾਂ ਆਪਣੇ ਟੌਪਿਕ ਨੂੰ ਸਟਾਰਟ ਕਰਨ ਜਾ ਰਹੇ ਹਾਂ, ਐਜੂਕੇਸ਼ਨ ਐਂਡ ਪੈਡਾਗੋਜੀ। ਤਾਂ ਸਭ ਤੋਂ ਪਹਿਲਾਂ ਮੈਂ ਸਟਾਰਟ ਕਰਨ ਜਾ ਰਿਹਾ, ਜਿਹਦੇ ਵਿੱਚ ਤੁਹਾਨੂੰ ਮੈਂ ਲਿਖ ਕੇ ਦੱਸ ਰਿਹਾ, ਆਈ know that I know nothing. I know that I know nothing, but I want to know everything. ਸੁਕਰਾਤ ਸਾਈਕੋਲੋਜਿਸਟ ਜਿਸਨੇ ਇਹ ਡਿਸਕਸ ਕੀਤਾ ਸੀ, ਤਾਂ ਉਸ ਨੂੰ ਆਪਾਂ ਕਵਰ ਅਪ ਕਰਾਂਗੇ। ਤਾਂ ਕੰਟੈਂਟ ਆਪਣਾ ਸਟਾਰਟ ਹੋਣ ਜਾ ਰਿਹਾ ਹੈ। ਸਭ ਤੋਂ ਪਹਿਲਾਂ ਐਜੂਕੇਸ਼ਨ। ਐਜੂਕੇਸ਼ਨ ਵਰਡ derived from the Latin language. Now the four words is again discussed. First one is educare, second one is eduseer, third one is educatum and fourth one is educo. ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ एजुकेयर। एजुकेयर का मतलब है टू ब्रिंग अप, जिहदे विच आपां डिस्कस किया है कि आपां कोई भी टॉपिक करते हैं एजुकेशन के थ्रू आपां नूं किस तरह का उनका रिजल्ट मिलता है। ठीक है जी। नाउ सैकेंड वन है एजुसीयर। द मीनिंग ऑफ एजुसीयर इज टू ड्रा आउट। ड्रा आउट का मतलब होंदा है कि किसी चीज़ नूं अपने अंदर तो बाहर निकालना। एंड द वर्ड इज एजुकेटम, द एक्ट ऑफ टीचिंग एंड लर्निंग। उदाहरण के तौर पर आप डिस्कस करिए भी पढ़न अते पढ़ाउण दी प्रक्रिया नूं की कहा जाता है। द आंसर इज एजुकेटम। एंड द लास्ट वर्ड इज ड्राइव from the Latin word educo. The meaning of e is called internal and the meaning of duco is called to draw out. Means जो अपनिया अंदर वाली कैपेसिटीज ने, अंदर वालिया टर्म्स ने नू आपा किस तरह बाहर निकालना है, इट्स कॉल्ड द educo। मेरी गल अंडरस्टैंड कर रहे हो? ये फोर वर्ड्स ने, इट्स अ वेरी वेरी इंपॉर्टेंट, जिहड़े कि तुसी एंटिटी ईटीटी ते बीएड दे विच बड़े अच्छे तरीके नाल बच्चे ने पढ़े हुए ने। ये फोर वर्ड्स नूं तुसी ध्यान दे नाल डिस्कस करना है। एजुकेयर टू ब्रिंग अप या टू नरिश। एजू सीयर नूं आपां गल करदे हां टू ड्रॉ आउट। एजुकेटम दी गल करांगे द एक्ट ऑफ टीचिंग एंड लर्निंग।
and the last one is e-duco. It's called the describe for the internal ਨੂੰ ਪੰਜਾਬੀ ਚ ਕਿਹਾ ਜਾਂਦਾ ਹੈ ਅੰਦਰੂਨੀ, ਡਿਊਕੋ ਨੂੰ ਕਿਹਾ ਜਾਂਦਾ ਟੂ ਡਰਾ ਆਊਟ। ਕਹਿਣ ਦਾ ਮਤਲਬ ਆਪਣੀ ਅੰਦਰ ਵਾਲੀ ਚੀਜ਼ਾਂ ਨੂੰ ਜਦੋਂ ਅਸੀਂ ਬਾਹਰ ਨਿਕਾਲਦੇ ਹਾਂ that is called the e-duco। ਠੀਕ ਹੈ, ਅਗਰ ਫਿਰ ਵੀ ਕੋਈ ਡਾਊਟ ਹੋਵੇ ਤਾਂ ਤੁਸੀਂ ਡਿਸਕਸ ਕਰ ਸਕਦੇ ਹੋ। ਤੇ 4 words ਨੈਕਸਟ ਮੈਂ ਸਲਾਈਡ ਨੂੰ ਡਿਸਕਸ ਕਰਾਂਗਾ। ਐਜੂਕੇਸ਼ਨ ਪ੍ਰੋਸੈਸ, ਐਜੂਕੇਸ਼ਨ ਪ੍ਰੋਸੈਸ ਇਟਸ ਅ ਵੈਰੀ ਇੰਪੋਰਟੈਂਟ। ਇਹਦੇ ਵਿੱਚ ਦੋ ਚੀਜ਼ਾਂ ਡਿਸਕਸ ਹੁੰਦੀਆਂ ਨੇ, ਪੇਪਰ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਬਾਈਪੋਲਰ ਪ੍ਰੋਸੈਸ ਤੇ ਟ੍ਰਾਈਪੋਲਰ ਪ੍ਰੋਸੈਸ, ਦੋ ਪ੍ਰੋਸੈਸ ਨੇ। ਇਹ ਕੁਐਸਚਨ ਪੇਪਰ ਵਿੱਚ ਕਿਵੇਂ ਡਿਸਕਸ ਹੁੰਦਾ ਹੈ ਵੀ ਬਾਈਪੋਲਰ ਪ੍ਰੋਸੈਸ ਦੇ ਵਿੱਚ ਕਿਹੜੇ ਕਿਹੜੇ ਦੋ ਟਰਮਸ ਨੂੰ ਲਿਆ ਗਿਆ। ਦਾ ਫਸਟ ਵਨ ਇਜ਼ ਟੀਚਰ ਐਂਡ ਸੈਕੰਡ ਵਨ ਇਜ਼ ਸਟੂਡੈਂਟ। ਤਾਂ ਉਹਦੇ ਵਿੱਚ ਜਿਹੜਾ ਮੇਨ ਕੁਐਸਚਨ ਅਪਲਾਈ ਹੁੰਦਾ ਹੈ ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ। ਐਜੂਕੇਸ਼ਨ ਦੇ ਵਿੱਚ ਬਾਈਪੋਲਰ ਪ੍ਰੋਸੈਸ ਕਿਸ ਸਾਈਕੋਲੋਜਿਸਟ ਨੇ ਦਿੱਤਾ? ਦਾ ਆਂਸਰ ਇਜ਼ ਰੋਸ। ਜਾਂ ਅਗਰ ਆਪਸ਼ਨ ਆਪਾਂ ਨੂੰ ਮਿਲਦੀ ਹੈ ਤਾਂ ਆਪਾਂ ਆਂਸਰ ਦੇ ਸਕਦੇ ਹਾਂ ਐਡਮਸ। ਫਸਟ ਪ੍ਰੈਫਰੈਂਸ ਟੂ ਰੋਸ, ਸੈਕੰਡ ਪ੍ਰੈਫਰੈਂਸ ਟੂ ਐਡਮਸ। ਅਗਰ ਦੋਨੋਂ ਆਪਣੇ ਕੋਲ ਇਕੱਠੇ ਵੀ ਆਉਂਦੇ ਨੇ ਤਾਂ ਆਪਾਂ ਦੋਨਾਂ ਨੂੰ ਟਿਕ ਕਰ ਸਕਦੇ ਹਾਂ। ਬਾਈਪੋਲਰ ਪ੍ਰੋਸੈਸ ਐਜੂਕੇਸ਼ਨ ਕਿਸ ਫਿਲੋਸਫਰ ਜਾਂ ਸਾਈਕੋਲੋਜਿਸਟ ਨੇ ਦਿੱਤਾ ਹੈ? ਦਾ ਆਂਸਰ ਇਜ਼ ਰੋਸ ਐਂਡ ਐਡਮਸ। ਤੇ ਇਹਦੇ ਵਿੱਚ ਦੋ ਕੰਟੈਂਟ ਕਿਹੜੇ ਨੇ? ਇੱਕ ਟੀਚਰ ਹੈ ਤੇ ਇੱਕ ਸਟੂਡੈਂਟ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਟ੍ਰਾਈਪੋਲਰ। ਟ੍ਰਾਈਪੋਲਰ ਦਾ ਕੁਐਸਚਨ ਡਿਸਕਸ ਕਿਵੇਂ ਹੋਇਆ ਸੀ ਕਿ ਇਹਨੂੰ ਪੰਜਾਬੀ ਚ ਵੀ ਮੈਂ ਦੱਸ ਦੇਣਾ, ਤਿੰਨ ਧਰੂਵੀ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਤਿੰਨ ਧਰੂਵੀ। ਤਿੰਨ ਧਰੂਵੀ ਜਿਹਦੇ ਵਿੱਚ ਫਸਟ ਆਸਪੈਕਟ ਹੈ ਸਟੂਡੈਂਟ, ਸੈਕੰਡ ਆਸਪੈਕਟ ਹੈ ਟੀਚਰ ਤੇ ਥਰਡ ਆਸਪੈਕਟ ਹੈ ਕਰਿਕੂਲਮ। ਪੇਪਰ ਵਿੱਚ ਕੁਐਸਚਨ ਕਿਵੇਂ ਆਇਆ ਸੀ? ਹੇਠ ਲਿਖਿਆਂ ਵਿੱਚੋਂ ਕਿਹੜਾ ਆਸਪੈਕਟ ਤਿੰਨ ਧਰੂਵੀ ਸਿੱਖਿਆ ਦੇ ਨਾਲ ਜੁੜਿਆ ਹੋਇਆ ਹੈ? ਤਾਂ ਆਂਸਰ ਉਹਦੇ ਵਿੱਚ ਕਰਿਕੂਲਮ ਆਪਾਂ ਲਗਾਵਾਂਗੇ। ਸਟੂਡੈਂਟ ਤੇ ਟੀਚਰ ਦਾ ਦੋ ਪ੍ਰੋਸੈਸ ਆਪਾਂ ਪੜ੍ਹ ਲਏ ਨੇ, ਤਾਂ ਥਰਡ ਜਿਹੜਾ ਆਸਪੈਕਟ ਹੈ ਟ੍ਰਾਈਪੋਲਰ ਦੇ ਵਿੱਚ ਆਇਆ। ਤੇ ਇਹਦਾ ਜਿਹੜਾ ਸਾਈਕੋਲੋਜਿਸਟ ਹੈ, ਜਿਹੜਾ ਕਿ ਬੜਾ ਹੀ ਇੰਪੋਰਟੈਂਟ ਕੁਐਸਚਨ, ਦਾ ਆਂਸਰ ਹੈ ਜੌਨ ਡੈਵੀ। ਇਹ ਕੁਐਸਚਨ ਬੜਾ ਹੀ ਇੰਪੋਰਟੈਂਟ ਹੈ ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਐਜੂਕੇਸ਼ਨ ਪ੍ਰੋਸੈਸ। ਦੋ ਚੀਜ਼ਾਂ ਦੇ ਨਾਲ ਡਿਸਕਸ ਹੋ ਰਿਹਾ ਹੈ। ਤਾਂ ਹਾਂ, ਸਿਮਰਨ ਨੇ ਵਿੱਚ ਲਿਖਿਆ ਹੈ ਕਿ ਸਰ ਪੰਜਾਬੀ। ਹਾਂ, ਮੈਂ ਤੁਹਾਨੂੰ ਨਾਲ ਪੰਜਾਬੀ ਵੀ ਦੱਸ ਰਿਹਾ ਹਾਂ। ਬਾਈਪੋਲਰ ਪ੍ਰੋਸੈਸ ਦੋ ਧਰੂਵੀ ਹੈ, ਟ੍ਰਾਈਪੋਲਰ ਪ੍ਰੋਸੈਸ ਤਿੰਨ ਧਰੂਵੀ ਹੈ। ਟੀਚਰ ਮਤਲਬ ਕਿ ਅਧਿਆਪਕ ਤੇ ਸਟੂਡੈਂਟ ਇਹਦੇ ਵਿੱਚ ਆਉਂਦੇ ਹਨ। ਤੇ ਜੇਕਰ ਆਪਾਂ ਤਿੰਨ ਧਰੂਵੀ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਸਟੂਡੈਂਟ, ਟੀਚਰ ਤੇ ਪਾਠਕ੍ਰਮ, ਇਹ ਤਿੰਨ ਚੀਜ਼ਾਂ ਇਸ ਦੇ ਵਿੱਚ ਆਉਣਗੀਆਂ। ਥੈਂਕ ਯੂ ਵੈਰੀ ਮਚ। ਮਤਲਬ ਕਿ ਜੋ ਬੱਚੇ ਅੱਛੇ ਤਰੀਕੇ ਨਾਲ ਇਹਨੂੰ ਸੁਣ ਰਹੇ ਨੇ, ਇਹ ਕੰਟੈਂਟ ਕਲੀਅਰ ਹੋ ਗਿਆ ਜੀ ਐਜੂਕੇਸ਼ਨ ਪ੍ਰੋਸੈਸ ਦਾ। ਇਹ ਐਜੂਕੇਸ਼ਨ ਪ੍ਰੋਸੈਸ ਦੋ ਤਰੀਕੇ ਦੇ ਨਾਲ ਆਪਣੇ ਸਾਹਮਣੇ ਆਉਣਗੇ, ਬਾਈਪੋਲਰ ਦੇ ਨਾਲ ਤੇ ਟ੍ਰਾਈਪੋਲਰ ਦੇ ਨਾਲ। ਬਾਈਪੋਲਰ ਵਿੱਚ ਦੋ ਕੰਟੈਂਟ ਆਉਣਗੇ, ਟ੍ਰਾਈਪੋਲਰ ਦੇ ਵਿੱਚ ਤਿੰਨ। ਜਿਹੜਾ ਮੈਂ ਕੁਐਸਚਨ ਤੁਹਾਨੂੰ ਵਾਰ-ਵਾਰ ਦੱਸ ਰਿਹਾ ਹਾਂ, ਰੋਸ ਐਂਡ ਐਡਮਸ, ਤੇ ਇਹਦਾ ਜਿਹੜਾ ਆਂਸਰ ਹੈ ਜੌਨ ਡੈਵੀ। ਠੀਕ ਹੈ ਜੀ। ਨਾਓ ਨੈਕਸਟ, ਬੜਾ ਹੀ ਇੰਪੋਰਟੈਂਟ concept, बड़ा ही इंपॉर्टेंट कंसेप्ट। द वर्ड इज ਪੈਡਾਗੋਜੀ। थोड़ा ਜਿਹਾ स्पैलिंग मिस्टेक है, PEDAGOGY ਆਣਾ ਸੀ। ਠੀਕ ਹੈ ਜੀ, ਤੁਸੀਂ ਥੋੜਾ ਜਿਹਾ ਮੈਂ ਇੱਥੇ ਲਿਖ ਦੇਣਾ ਤੁਹਾਨੂੰ ਪੈਡਾਗੋਜੀ। ਹੁਣ ਅਗਰ ਇਹਨੂੰ ਤੁਸੀਂ ਕਹੋ ਵੀ ਇਹਨੂੰ ਪੰਜਾਬੀ ਵਿੱਚ ਕਿਵੇਂ ਲਿਖਿਆ ਜਾਂਦਾ ਹੈ, ਤਾਂ ਉਦਾਂ ਹੀ ਜਿਵੇਂ ਤੁਸੀਂ ਪੜ੍ਹ ਰਹੇ ਹੋ, ਪੈਡਾਗੋਗੀ। ਠੀਕ ਹੈ ਜੀ। ਇਹ ਪੇਪਰ ਵਿੱਚ ਕੁਐਸਚਨ ਆਇਆ ਸੀ, ਪਹਿਲਾ ਕੁਐਸਚਨ ਡੀਲ ਹੋਇਆ ਹੈ ਜਿਹਦੇ ਵਿੱਚ ਪੁੱਛਿਆ ਗਿਆ ਕਿ ਪੈਡਾਗੋਜੀ ਸ਼ਬਦ ਕਿਹੜੀ ਭਾਸ਼ਾ ਤੋਂ ਨਿਕਲਿਆ ਹੈ? ਦਾ ਆਂਸਰ ਇਜ਼ ਗ੍ਰੀਕ। ਠੀਕ ਹੈ, ਗ੍ਰੀਕ ਲੈਂਗੁਏਜ ਤੋਂ ਨਿਕਲਿਆ ਹੈ। ਤਾਂ ਇਹ ਜਿਹੜਾ ਗ੍ਰੀਕ ਲੈਂਗੁਏਜ ਤੋਂ ਪੈਡਾਗੋਜੀ ਸ਼ਬਦ ਨਿਕਲਿਆ ਹੈ,
ਤਾਂ ਇਹ ਅੱਗੇ ਜਾ ਕੇ ਦੋ ਸ਼ਬਦਾਂ ਨੂੰ ਡਿਸਕ੍ਰਾਈਬ ਕਰ ਰਿਹਾ ਹੈ। ਦੋ ਸ਼ਬਦਾਂ ਨੂੰ ਧਿਆਨ ਦੇ ਨਾਲ ਦੇਖੋ। ਦਾ ਫਰਸਟ ਵਨ ਇਜ਼ ਪੈਡੀਓਜ਼। ਪੰਜਾਬੀ ਦੇ ਵਿੱਚ ਐਦਾਂ ਹੀ ਲਿਖਿਆ ਹੋਇਆ ਆਏਗਾ, ਪੈਡੀਓਜ਼। ਐਂਡ ਦਾ ਸੈਕਿੰਡ ਵਨ ਇਜ਼ ਅਗੋ। ਅਗੋ। ਪੰਜਾਬੀ ਵਾਲੇ ਨੂੰ ਸਮਝ ਲੱਗ ਰਹੀ ਹੈ, ਮੈਂ ਬੜੀ ਆਮ ਭਾਸ਼ਾ ਦੇ ਵਿੱਚ ਗੱਲ ਕਰ ਰਿਹਾ ਹਾਂ। ਬਹੁਤ ਅੱਛਾ ਲੱਗ ਰਿਹਾ ਹੈ, ਥੈਂਕ ਯੂ ਵੈਰੀ ਮਚ। ਪਲੀਜ਼ ਤੁਸੀਂ ਇਸ ਚੀਜ਼ ਨੂੰ ਕੰਟੀਨਿਊ ਰੱਖੋ। ਅਗੋ। the word pedios, the meaning of pedios, it's called the child. child ਨੂੰ ਆਪਾਂ ਪੰਜਾਬੀ ਚ ਕੀ ਕਹਿੰਦੇ ਆ? ਬੱਚਾ। ਅਗਰ ਮੈਂ ਬੱਚੇ ਬਾਰੇ ਤੁਹਾਡੇ ਤੋਂ ਪੁੱਛਾਂ ਕਿ who is the child, ਬੱਚਾ ਕੌਣ ਹੈ? ਬਿਲੋ 18 years। ਇਹ ਗੱਲ ਧਿਆਨ ਰੱਖਿਆ ਜੇ। ਅਕੋਰਡਿੰਗ ਟੂ ਨੋਰਮਸ ਆਪਾਂ ਬੱਚਾ ਕਿਸ ਨੂੰ ਆਖਦੇ ਹਾਂ? ਜਿਹੜਾ ਹਿਊਮਨ, ਜਿਹੜਾ ਪਰਸਨ 18 ਸਾਲ ਤੋਂ ਛੋਟਾ ਹੈ, ਇਟਸ ਕੋਲਡ ਦਾ ਚਾਈਲਡ ਅਕੋਰਡਿੰਗ ਟੂ ਨੋਰਮਸ। ਤੇ ਅੱਗੇ ਸ਼ਬਦ ਆ ਗਿਆ ਅਗੋ। ਅਗੋ ਦਾ ਮੀਨਿੰਗ ਆਪਣੇ ਕੋਲ ਡਿਸਕਸ ਹੋਇਆ ਟੂ ਲੀਡ। ਟੂ ਲੀਡ ਨੂੰ ਪੰਜਾਬੀ ਵਿੱਚ ਧਿਆਨ ਨਾਲ ਸੁਣ ਲਓ, ਅੱਗੇ ਵਧਾਉਣਾ। ਆਪਾਂ ਸ਼ਬਦ ਵਰਤਦੇ ਨਾ, ਪਲੀਜ਼ ਫੋਲੋ ਮੀ। ਆਪਾਂ ਜਦੋਂ ਪੜ੍ਹਾਉਂਦੇ ਆ ਜਾਂ ਬੱਚੇ ਦੇ ਨਾਲ ਪੜ੍ਹਦੇ ਆ ਤਾਂ ਆਪਾਂ ਇੱਕ ਸ਼ਬਦ ਵਰਤਦੇ ਆ, ਟੀਚਰਸ ਸ਼ਬਦ ਵਰਤਦੇ ਨੇ, ਪਲੀਜ਼ ਫੋਲੋ ਮੀ। ਪਲੀਜ਼ ਫੋਲੋ ਮੀ ਦਾ ਮਤਲਬ ਹੁੰਦਾ ਕਿ ਤੁਸੀਂ ਮੇਰੇ ਪਿੱਛੇ ਚੱਲੋ। ਪਰ ਇਹ ਗੱਲ ਧਿਆਨ ਨਾਲ ਵੇਖੋ, ਪੈਡਾਗੋਜੀ ਜਿਹੜਾ ਸ਼ਬਦ ਹੈ ਇਹ ਗ੍ਰੀਕ ਭਾਸ਼ਾ ਤੋਂ ਨਿਕਲਿਆ ਹੈ। ਦੋ ਸ਼ਬਦਾਂ ਤੋਂ ਬਣਿਆ ਹੈ, ਪੈਡੀਓਸ ਤੋਂ ਤੇ ਅਗੋ ਤੋਂ। ਪੈਡੀਓਸ ਦਾ ਮਤਲਬ ਹੈ ਦਾ ਚਾਈਲਡ ਤੇ ਅਗੋ ਦਾ ਮਤਲਬ ਹੈ ਟੂ ਲੀਡ। ਅਗਰ ਮੈਂ ਦੋਨਾਂ ਨੂੰ ਕੰਬਾਈਨ ਕਰ ਦੇਣਾ ਹਾਂ ਤਾਂ ਕੀ ਸ਼ਬਦ ਬਣ ਰਿਹਾ ਹੈ? ਟੂ ਲੀਡ ਦਾ ਚਾਈਲਡ। ਅਗਰ ਮੈਨੂੰ ਪੰਜਾਬੀ ਵਿੱਚ ਡਿਸਕ੍ਰਾਈਬ ਕਰਾਂ ਤਾਂ ਬੜੇ ਹੀ ਸੌਖੇ ਸ਼ਬਦਾਂ ਦੇ ਵਿੱਚ ਆਪਾਂ ਇਹਦੇ ਬਾਰੇ ਦੱਸ ਸਕਦੇ ਹਾਂ। ਬੜੇ ਹੀ ਸੌਖੇ ਸ਼ਬਦਾਂ ਦੇ ਵਿੱਚ ਆਪਾਂ ਨੂੰ ਦੱਸ ਸਕਦੇ ਹਾਂ, ਬੱਚੇ ਨੂੰ ਅੱਗੇ ਵਧਾਉਣਾ। ਮੇਰੀ ਗੱਲ ਅੰਡਰਸਟੈਂਡ ਕਰ ਰਹੇ ਹੋ ਨਾ? ਬੱਚੇ ਨੂੰ ਅੱਗੇ ਵਧਾਉਣਾ। ਤਾਂ ਪੂਰਾ ਮੀਨਿੰਗ ਅਗਰ ਪੇਪਰ ਵਿੱਚ ਪੁੱਛਿਆ ਜਾਵੇ, ਕੰਪਲੀਟ ਮੀਨਿੰਗ, ਦਾ ਕੰਪਲੀਟ ਮੀਨਿੰਗ ਆਫ ਪੈਡਾਗੋਜੀ, ਤਾਂ ਆਪਾਂ ਕੀ ਲਿਖਾਂਗੇ? ਬੱਚੇ ਨੂੰ ਅੱਗੇ ਵਧਾਉਣਾ। ਇਹ ਕਿਹੜੀ ਭਾਸ਼ਾ ਤੋਂ ਨਿਕਲਿਆ ਹੈ? ਗ੍ਰੀਕ ਭਾਸ਼ਾ ਤੋਂ ਨਿਕਲਿਆ ਹੈ। ਇਹਦਾ ਮਤਲਬ ਕੀ ਹੈ? ਟੂ ਲੀਡ ਦਾ ਚਾਈਲਡ, ਬੱਚੇ ਨੂੰ ਅੱਗੇ ਵਧਾਉਣਾ। ਇਟਸ ਅ ਵੈਰੀ ਇੰਪੋਰਟੈਂਟ ਕੰਸੈਪਟ ਜਿਹੜਾ ਕਿ ਪੇਪਰ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ, ਇਹ ਧਿਆਨ ਰੱਖਣਾ ਹੈ। ਹਾਂਜੀ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਆਪਾਂ 20 to 25 ਡੇਜ਼ ਦੇ ਵਿੱਚ ਆਪਾਂ ਆਪਣੇ ਕੰਟੈਂਟ ਨੂੰ ਜਿੰਨਾ ਜਲਦੀ ਹੁੰਦਾ ਆਪਾਂ ਕਵਰ ਅਪ ਕਰਨਾ ਹੈ। ਤਾਂ ਉਹਦੇ ਲਈ ਮੈਂ ਤੁਹਾਨੂੰ ਸਿੱਧਾ ਕੰਟੈਂਟ ਦੇ ਨਾਲ ਰੂਬਰੂ ਕਰਾਉਣ ਜਾ ਰਿਹਾ। ਜਿਹੜੀ ਆਪਣੀ ਸਟਾਰਟਿੰਗ ਹੋਈ ਹੈ ਐਜੂਕੇਸ਼ਨ ਤੇ ਪੈਡਾਗੋਜੀ, ਇਹ ਸ਼ਬਦ ਬੜੇ ਹੀ ਇੰਪੋਰਟੈਂਟ ਸੀ ਕਿਉਂਕਿ ਇਹਦੇ ਬਾਰੇ ਅਗਰ ਤੁਹਾਨੂੰ ਥੋੜਾ ਬਹੁਤਾ ਪਤਾ ਹੋਏਗਾ ਤਾਂ ਹੀ ਆਪਾਂ ਅੱਗੇ ਚੱਲ ਕੇ ਡਿਸਕਸ ਕਰ ਸਕਾਂਗੇ। ਤਾਂ ਤੁਸੀਂ ਦੇਖੋ, ਜਿਹੜਾ ਤੁਹਾਡਾ ਸਿਲੇਬਸ ਦੇ ਵਿੱਚ ਪੋਲਿਸੀਜ਼ ਐਂਡ ਪ੍ਰੋਗਰਾਮ ਰਿਲੇਟਡ ਵਿਦ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਜਿਹੜਾ ਈ ਪਾਰਟ ਹੈ, ਉਹਦੇ ਵਿੱਚ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਇਨ ਨਿਊ ਪੋਲਿਸੀ ਔਨ ਐਜੂਕੇਸ਼ਨ 2020। ਤਾਂ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਬਾਰੇ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਟੌਪਿਕ ਹੈ ਇਹ ਬੜਾ ਹੀ ਇੰਪੋਰਟੈਂਟ ਟੌਪਿਕ ਹੈ ਤੇ ਇਹਦੇ ਵਿੱਚੋਂ ਜ਼ਿਆਦਾ ਨਹੀਂ ਤਾਂ 4 ਤੋਂ 5 ਕੁਐਸਚਨਸ ਆਪਾਂ ਨੂੰ ਡਿਸਕਸ ਕੀਤੇ ਜਾਣਗੇ। ਹਾਂਜੀ, ਹੁਣ ਧਿਆਨ ਦੇ ਨਾਲ ਇੱਕ ਮੈਂ ਤੁਹਾਨੂੰ ਸਟਾਰਟਿੰਗ ਤੋਂ ਦੱਸਣਾ ਭੁੱਲ ਗਿਆ ਕਿ ਪਲੀਜ਼ ਨੋਟਬੁੱਕ ਤੇ ਪੈਨ ਆਪਣੇ ਕੋਲ ਰੱਖਿਓ। ਜਿਹੜੀ ਚੀਜ਼ ਮੈਂ ਦੱਸ ਰਿਹਾ ਹਾਂ, ਜਿਹੜੀ ਚੀਜ਼ ਤੁਹਾਨੂੰ ਸਮਝ ਲੱਗ ਰਹੀ ਹੈ, ਅਗਰ ਉਹਨੂੰ ਤੁਸੀਂ ਆਪਣੇ ਨਾਲ ਦੀ ਨਾਲ ਨੋਟ ਕਰੋਗੇ ਤਾਂ ਜ਼ਿਆਦਾ ਬੈਟਰ ਰਹੇਗਾ। ਠੀਕ ਹੈ, ਬਾਕੀ ਰਿਕਾਰਡਡ ਲੈਕਚਰ ਵੀ ਤੁਹਾਨੂੰ ਮਿਲ ਜਾਣਗੇ, ਬਟ ਔਨ ਦਾ ਸਪੋਟ ਜੋ ਤੁਹਾਨੂੰ ਮਿਲ ਰਿਹਾ ਤੁਸੀਂ ਉਹਨੂੰ ਧਿਆਨ ਦੇ ਨਾਲ ਸੁਣੋ। ਦੀ ਹਿਊਮਨ ਬੀਇੰਗਸ ਦੀਆਂ ਟੋਟਲ 5 ਸੈਂਸਿਸ ਨੇ, ਹੈ ਨਾ। ਆਪਾਂ 5 ਗਿਆਨ ਇੰਦਰੀਆਂ ਦੇ ਨਾਲ ਕੰਮ ਕਰਦੇ ਹਾਂ, ਅੱਖ ਦੇ ਨਾਲ, ਕੰਨ ਦੇ ਨਾਲ, ਟੰਗ ਦੇ ਨਾਲ, ਸਕਿਨ ਦੇ ਨਾਲ। ਠੀਕ ਹੈ, 5 ਸੈਂਸਿਸ ਨੂੰ ਆਪਾਂ ਵਰਕਿੰਗ ਵਿੱਚ ਲੈਂਦੇ ਹਾਂ। ਤੇ ਜਿਹੜਾ ਟੱਚ ਹੈ ਨਾ, ਟੱਚ ਕਹਿਣ ਦਾ ਮਤਲਬ ਜਦੋਂ ਆਪਾਂ ਨੋਟਬੁੱਕ ਤੇ ਪੈਨ ਨੂੰ ਯੂਜ਼ ਕਰਦੇ ਹਾਂ ਤਾਂ ਉਹ ਕੰਮ ਆਪਣੇ ਲਈ ਬੜਾ ਹੈਲਪਫੁਲ ਹੋ ਜਾਂਦਾ ਹੈ। ਉਹ ਚੀਜ਼ਾਂ ਆਪਾਂ ਨੂੰ ਯਾਦ ਰਹਿ ਜਾਂਦੀਆਂ ਨੇ ਕਿਉਂਕਿ ਆਪਾਂ ਉਹ ਗੱਲਾਂ ਨੂੰ ਖੁਦ ਨੋਟ ਕਰ ਰਹੇ ਹਾਂ। ਕਿਸੇ ਦੀ ਚੀਜ਼ ਬਣਾਈ ਹੋਈ ਨੋਟਸ ਨੂੰ ਪੜ੍ਹਨਾ
ਤੇ ਖੁਦ ਦਾ ਕੁਝ ਬਣਾਇਆ ਹੋਇਆ ਪੜਨਾ ਇਟਸ ਅ ਵੈਰੀ ਈਜ਼ੀ ਟਾਸਕ। ਸੋ ਇਸ ਕਰਕੇ ਸੁਜੈਸਟ ਟੂ ਯੂ ਵੀ ਆਪਣੀ ਨੋਟਬੁੱਕ ਤੇ ਪੈਨ ਆਪਣੇ ਕੋਲ ਰੱਖੋ ਤਾਂ ਕਿ ਆਪਾਂ ਜੋ ਵੀ ਡਿਸਕਸ ਕਰ ਰਹੇ ਹਾਂ ਉਹਦੇ ਬਾਰੇ ਤੁਸੀਂ ਨੋਟ ਜ਼ਰੂਰ ਕਰੋ। ਆਨਲਾਈਨ ਸੈਸ਼ਨ ਤੋਂ ਬਾਅਦ ਫਿਰ ਵੀ ਤੁਹਾਨੂੰ ਅਗਰ ਛੋਟੀ ਮੋਟੀ ਕੋਈ ਡਾਊਟਸ ਰਹਿ ਜਾਂਦੇ ਨੇ ਤਾਂ ਆਪਾਂ ਇਸ ਤੋਂ ਬਾਅਦ ਤੁਹਾਡੀ ਕੁਐਰੀਜ਼ ਨੋਟ ਹੋ ਜਾਣਗੀਆਂ ਤਾਂ ਨੈਕਸਟ ਸੈਸ਼ਨ ਦੇ ਵਿੱਚ ਉਹਨੂੰ ਡਿਸਕਸ ਪਹਿਲਾਂ ਕੀਤਾ ਜਾਏਗਾ। ਹਾਂਜੀ, ਸਭ ਤੋਂ ਪਹਿਲਾਂ ਹੁਣ ਧਿਆਨ ਦੇ ਨਾਲ ਆਪਣਾ ਨਵਾਂ ਟੌਪਿਕ ਸਟਾਰਟ ਹੋਣ ਜਾ ਰਿਹਾ ਹੈ। ਇਟਸ ਅ ਵੈਰੀ ਇੰਪੋਰਟੈਂਟ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 1968 ਸੌਰੀ ਇੱਥੇ 1988 ਨੋਟ ਕੀਤਾ ਹੋਇਆ ਹੈ ਬਾਈ ਮਿਸਟੇਕ 1986 ਹੈ। ਪਲੀਜ਼ ਇਹਨੂੰ ਥੋੜਾ ਜਿਹਾ ਅੰਡਰਲਾਈਨ ਵੀ ਮੈਂ ਕਰ ਰਿਹਾ। 1968 ਉਸ ਤੋਂ ਬਾਅਦ 1986 ਫਿਰ 1992। ਹੁਣ ਇਹ ਗੱਲ ਨੂੰ ਧਿਆਨ ਨਾਲ ਰੱਖੋ, ਜਿਹੜੀ ਪਹਿਲੀ ਪਾਲਿਸੀ ਆਫ ਐਜੂਕੇਸ਼ਨ ਬਣੀ ਸੀ 1968 ਦੇ ਵਿੱਚ, ਅੰਡਰਸਟੂਡ। ਸੈਕਿੰਡ ਪਾਲਿਸੀ 1986 ਦੇ ਵਿੱਚ। ਹੁਣ ਤੁਸੀਂ ਕਹੋਗੇ ਸਰ 1992 ਦੇ ਵਿੱਚ ਕੀ ਹੋਇਆ ਸੀ? ਯਸ਼ਪਾਲ ਕਮੇਟੀ ਦੇ ਵਿੱਚ 1986 ਤੋਂ ਬਾਅਦ ਯਸ਼ਪਾਲ ਕਮੇਟੀ ਨੇ ਇਸ ਚੀਜ਼ ਨੂੰ ਰਿਕਮੈਂਡ ਕਰਕੇ ਥੋੜਾ ਜਿਹਾ ਉਹਦੇ ਵਿੱਚ ਚੇਂਜਿੰਗਸ ਕੀਤੀਆਂ ਸੀ, ਬਟ ਨਿਊ ਪਾਲਿਸੀ ਆਫ ਐਜੂਕੇਸ਼ਨ ਨੂੰ ਰਿਕਮੈਂਡ ਨਹੀਂ ਕੀਤਾ ਗਿਆ 1992 ਵਿੱਚ। ਫਸਟ 1968 ਵਿੱਚ, ਸੈਕਿੰਡ 1986 ਦੇ ਵਿੱਚ। ਹੁਣ ਧਿਆਨ ਦੇ ਨਾਲ ਮੈਂ ਤੁਹਾਨੂੰ ਡਿਸਕਸ ਕਰ ਰਿਹਾ ਕਿ ਮੈਂ ਤੁਹਾਨੂੰ ਡੀਲ ਕਰਾਂਗਾ ਡਾਇਰੈਕਟ ਟੂ ਕੁਐਸਚਨਸ ਇਨ ਦਾ ਐਗਜ਼ਾਮ, ਵੀ ਪੇਪਰ ਵਿੱਚ ਕੁਐਸਚਨ ਡਾਇਰੈਕਟ ਕਿਵੇਂ ਆ ਰਿਹਾ ਹੈ। ਪੇਪਰ ਵਿੱਚ ਕੁਐਸਚਨ ਆ ਦੇਖੋ ਜੀ, ਹੁਣ ਜਿਹੜੀ ਪਾਲਿਸੀ ਆਪਣੇ ਕੋਲ ਡਿਸਕ੍ਰਾਈਬ ਹੋਈ ਹੈ 2020, the difference between 1986 to 2020 it's called 34 years। the first question is very important ਵੀ ਕਿੰਨੇ ਸਾਲਾਂ ਬਾਅਦ ਆਪਣੇ ਕੋਲ ਨਵੀਂ ਪਾਲਿਸੀ ਆਫ ਐਜੂਕੇਸ਼ਨ ਆਪਣੇ ਕੋਲ ਆਈ ਹੈ। the answer is 34। ਇਹ ਬੜਾ ਹੀ ਇੰਪੋਰਟੈਂਟ ਕੁਐਸਚਨ ਸਟਾਰਟ ਹੋ ਰਿਹਾ ਵੀ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਰਾਂਗਾ ਵੀ ਕਿਸੇ ਵੀ ਚੀਜ਼ ਨੂੰ ਯਾਦ ਰੱਖਣਾ ਕਮ ਸੇ ਕਮ 27 ਤੱਕ, ਹੈ ਨਾ, ਵੀ ਆਪਾਂ ਘੱਟੋ ਘੱਟ 27 ਤਰੀਕ ਤੱਕ ਉਸ ਚੀਜ਼ ਨੂੰ ਯਾਦ ਰੱਖੀਏ ਵੀ ਕਿਉਂਕਿ ਆਪਣਾ ਐਗਜ਼ਾਮ ਹੈ। ਤਾਂ ਉਸ ਚੀਜ਼ ਨੂੰ ਯਾਦ ਰੱਖਣ ਵਾਸਤੇ ਕੁਛ ਨਾ ਕੁਛ ਆਪਾਂ ਨੂੰ ਕੰਟੈਂਟ ਨੂੰ ਇਸ ਤਰ੍ਹਾਂ ਡੀਲ ਕਰਨਾ ਪਏਗਾ ਕਿ ਆਪਣੇ ਮਾਈਂਡ 'ਚੋਂ ਸੈੱਟ ਰਹੇ। ਸੋ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਇੱਕ ਪਿਕਚਰਸ ਬਣਾ ਕੇ ਦਿਖਾ ਰਿਹਾ। ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 1968, ਦੈਨ 1986 ਦੇ ਵਿੱਚ ਕੁਛ ਅਮੈਂਡਮੈਂਟਸ ਹੋਈਆਂ ਜਿਹਨੂੰ ਯਸ਼ਪਾਲ ਕਮੇਟੀ ਦੇ ਨਾਲ ਡਿਸਕ੍ਰਾਈਬ ਕੀਤਾ ਗਿਆ 1992 ਦੇ ਵਿੱਚ। ਉਸ ਤੋਂ ਬਾਅਦ ਜਿਹੜੀ 2020 ਦੇ ਵਿੱਚ ਆਪਣੇ ਕੋਲ 34 ਇਅਰਸ ਬਾਅਦ ਆਪਣੇ ਕੋਲ ਇਹ ਸਾਹਮਣੇ ਨਵੀਂ ਪਾਲਿਸੀ ਸਾਹਮਣੇ ਆਈ। ਤਾਂ ਹੁਣ ਮੈਂ ਪਹਿਲਾਂ ਇਹਦੇ ਬਾਰੇ ਡਿਸਕਸ ਕਰਾਂਗਾ ਜਿਹੜੀ ਆਪਣੇ ਕੋਲ ਪਾਲਿਸੀਜ਼ ਐਜੂਕੇਸ਼ਨ ਪਾਲਿਸੀ ਦੇ ਵਿੱਚ ਪਹਿਲਾਂ ਕੀ ਚੱਲ ਰਿਹਾ ਹੈ। ਪ੍ਰਾਇਮਰੀ, ਮਿਡਲ, ਸੈਕੰਡਰੀ, ਮਤਲਬ ਕਿ ਪਹਿਲੀ ਜਮਾਤ ਤੋਂ ਲੈ ਕੇ 10th ਕਲਾਸ ਤੱਕ ਆਪਾਂ ਇਸ ਲੈਵਲ ਦੇ ਵਿੱਚ ਪੜ੍ਹਦੇ ਹਾਂ ਜਿਹਨੂੰ ਅਸੀਂ ਪ੍ਰਾਇਮਰੀ, ਮਿਡਲ ਤੇ ਸੈਕੰਡਰੀ। ਉਸ ਤੋਂ ਬਾਅਦ ਆਪਾਂ ਜਦੋਂ 11ਵੀਂ 12ਵੀਂ ਕਲਾਸ ਵਿੱਚ ਆਉਂਦੇ ਹਾਂ ਤਾਂ ਆਪਣਾ ਸੀਨੀਅਰ ਸੈਕੰਡਰੀ ਟਰਮਸ ਯੂਜ਼ ਹੋ ਜਾਂਦੀਆਂ ਨੇ ਜਿਹੜੀ ਕਿ ਆਪਾਂ ਪਹਿਲਾਂ ਪਾਲਿਸੀ ਆਫ ਐਜੂਕੇਸ਼ਨ ਦੇ ਵਿੱਚ ਪੜ੍ਹ ਰਹੇ। ਹੁਣ ਜਿਹੜੀ ਨਵੀਂ ਪਾਲਿਸੀ ਆਪਣੇ ਕੋਲ ਆਈ ਹੈ, ਮੈਂ ਵਾਰ-ਵਾਰ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਗੱਲ ਮੈਂ ਤੁਹਾਨੂੰ ਲਾਈਵ ਦੱਸਾਂਗਾ, ਨੋਟ ਕਰਵਾਵਾਂਗਾ, ਉਹ ਬੜੀ ਹੀ ਇੰਪੋਰਟੈਂਟ ਹੈ ਤੇ ਉਸ ਦੇ ਵਿੱਚੋਂ ਹੀ ਤੁਹਾਡੇ ਕੋਲ ਆਬਜੈਕਟਿਵ ਟਾਈਪ ਕੁਐਸਚਨ ਬਣ ਜਾਣੇ। ਜਿਵੇਂ ਕਿ ਹੁਣ ਤੁਹਾਡੇ ਸਾਹਮਣੇ ਇੱਥੇ ਫਸਟ ਆਇਆ 1968, ਦੂਜੀ ਆਈ 1986, ਰਿਕਮੈਂਡੇਸ਼ਨ ਅਮੈਂਡਮੈਂਟ ਹੋਈ 1992 ਦੇ ਵਿੱਚ। ਕਿੰਨੇ ਸਾਲਾਂ ਬਾਅਦ ਨਵੀਂ ਪਾਲਿਸੀ ਆਈ? 34 ਸਾਲਾਂ ਬਾਅਦ। ਇਹਦੇ ਵਿੱਚ ਆਪਣੇ ਕੋਲ ਜਿਹੜਾ ਟਰਮ ਸੀ ਉਹ ਸੀ 10+2, ਜਿਹਨੂੰ ਆਪਾਂ ਲਿਖ ਸਕਦੇ ਹਾਂ 10+2। ਇਹ ਪਾਲਿਸੀ 10+2 ਵਾਲੀ ਸੀ। ਹੁਣ ਜਿਹੜੀ ਨਵੀਂ ਪਾਲਿਸੀ ਆਪਣੇ ਕੋਲ ਡਿਸਕਸ ਹੋ ਰਹੀ ਹੈ ਉਹ ਬੜੇ ਹੀ ਸਾਫ਼ ਤਰੀਕੇ ਦੇ ਨਾਲ ਲਿਖਣ ਜਾ ਰਹੇ ਹਾਂ 5+3+3 ਐਂਡ +4। ਇਹ ਜਿਹੜਾ ਕੋਡ ਹੈ ਤੁਸੀਂ ਯਾਦ ਰੱਖਣਾ ਹੈ। ਯਾਦ ਰੱਖਣ ਵਾਸਤੇ ਤੁਸੀਂ ਇਸ ਚੀਜ਼ ਨੂੰ 5334 ਦਾ ਕੋਡ ਦੇ ਸਕਦੇ ਹੋ। ਠੀਕ ਹੈ ਜੀ, 5334। ਹੁਣ 5334 ਨੂੰ ਆਪਾਂ 5334 ਦੇ ਨਾਲ ਕਿਵੇਂ ਡਿਸਕ੍ਰਾਈਬ ਕਰ ਰਹੇ ਹਾਂ? ਸਭ ਤੋਂ ਪਹਿਲਾ ਇੰਪੋਰਟੈਂਟ 34 ਤੋਂ ਬਾਅਦ ਜਿਹੜਾ ਕੁਐਸਚਨ, ਪਹਿਲਾ ਕੁਐਸਚਨ ਆਪਣੇ ਕੋਲ ਬਣ ਗਿਆ ਨਾ। ਹੁਣ ਨੈਕਸਟ ਕੁਐਸਚਨ ਕਿਹੜਾ ਬਣ ਰਿਹਾ ਹੈ? ਪੇਪਰ ਵਿੱਚ ਪੁੱਛਿਆ ਜਾ ਸਕਦਾ ਹੈ ਜਿਹੜੀ ਨਵੀਂ ਸਿੱਖਿਆ ਨੀਤੀ ਹੈ
ਉਹਦਾ ਜਿਹੜਾ ਫਸਟ ਚਰਨ ਹੈ, ਪਹਿਲਾ ਸਟੈਪ ਹੈ, ਉਹਦੇ ਵਿੱਚ ਕਿੰਨੇ ਸਾਲ ਇਨਵੋਲਵ ਕੀਤੇ ਗਏ ਹਨ? ਦਾ ਆਂਸਰ ਇਜ਼ 5। ਦਾ ਆਂਸਰ ਇਜ਼ 5। ਰਿਪੀਟ ਕਰ ਦੋ। ਮੈਂ ਪਿੱਛੇ ਤੁਹਾਨੂੰ ਜਦੋਂ ਮੇਰਾ ਲੈਕਚਰ ਹੋਏਗਾ ਤੁਸੀਂ ਮੈਨੂੰ ਪਲੀਜ਼ ਕਮੈਂਟ ਕਰਦੇ ਰਹੋ, ਤਾਂ ਉਹਦੇ ਬਾਰੇ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਜਾਵਾਂਗਾ। ਇੱਕ ਵਾਰੀ ਆਪਾਂ ਇਸ ਨੂੰ ਕੰਟੀਨਿਊ ਕਰੀਏ। ਤੁਸੀਂ ਮੈਨੂੰ ਕਮੈਂਟ ਕਰ ਦਿਓ ਸਿਮਰਨ, ਕਿ ਜੋ ਤੁਹਾਨੂੰ ਨਹੀਂ ਪਤਾ ਚੱਲੇ ਉਹਨੂੰ ਮੈਂ ਲਾਸਟ ਦੇ ਵਿੱਚ ਸਾਰਾ ਓਵਰਵਿਊ ਵੀ ਦੇਵਾਂਗਾ, ਡੋਂਟ ਵਰੀ। ਸਭ ਤੋਂ ਪਹਿਲਾਂ ਆਪਣਾ ਕੰਟੈਂਟ ਦੇ ਵਿੱਚ ਡਿਸਕਸ ਹੋਏਗਾ ਕਿ ਪਹਿਲਾ ਚਰਨ ਨਵੀਂ ਪਾਲਿਸੀ ਆਫ ਐਜੂਕੇਸ਼ਨ ਵਿੱਚ ਕਿੰਨੇ ਸਾਲਾਂ ਦਾ ਹੈ? ਦਾ ਆਂਸਰ ਇਜ਼ 5। ਇੱਕ ਹੀ ਕਰਕੇ ਚੱਲਾਂਗਾ। ਦੂਸਰਾ ਚਰਨ ਕਿੰਨੇ ਸਾਲਾਂ ਦਾ ਹੈ? ਦਾ ਆਂਸਰ ਇਜ਼ 3। ਥਰਡ ਸਟੈਪ ਦੇ ਵਿੱਚ ਕਿੰਨੇ ਟਰਮਸ ਨੇ? 3। ਐਂਡ ਫੋਰਥ ਦੇ ਵਿੱਚ, ਚੌਥੇ ਵਿੱਚ ਕਿੰਨੇ ਸਾਲ ਨੇ? 4। ਹੁਣ ਇਹਨੂੰ ਆਪਾਂ ਨਾਮ ਕੀ ਦਿੱਤੇ ਨੇ? ਨਾਮ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਧਿਆਨ ਵਿੱਚ ਰੱਖਣਾ ਹੈ। ਮੈਂ ਉਹਨੂੰ ਪੂਰੀ ਤਰ੍ਹਾਂ ਸਮਝਾ ਰਿਹਾ ਹਾਂ। ਦਾ ਫਸਟ ਵਨ ਇਜ਼ ਫਾਊਂਡੇਸ਼ਨ। ਫਾਊਂਡੇਸ਼ਨ ਸਟੇਜ ਉਹ ਹੁੰਦੀ ਹੈ ਜਦੋਂ ਅਸੀਂ ਕੁਝ ਬਣਾਉਂਦੇ ਹਾਂ। ਇੱਕ ਪਰਿਭਾਸ਼ਾ ਨੋਟ ਕਰਿਓ, ਵਾਟਸਨ, JB ਵਾਟਸਨ ਸਾਈਕੋਲੋਜਿਸਟ ਨੇ ਕਿਹਾ ਹੈ, ਪੇਪਰ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈ। ਮੈਂ ਸਾਈਕੋਲੋਜਿਸਟ ਦਾ ਨਾਮ ਲਿਖ ਰਿਹਾ ਇੱਥੇ, JB ਵਾਟਸਨ ਸਾਈਕੋਲੋਜਿਸਟ ਹੈ। ਇਸ ਸਾਈਕੋਲੋਜਿਸਟ ਨੇ ਕਿਹਾ ਹੈ ਕਿ ਤੁਸੀਂ ਮੈਨੂੰ 5 ਸਾਲ ਦਾ ਬੱਚਾ ਦੇ ਦਿਓ। ਮੈਂ ਜਸਟ ਇੰਨਾ ਹੀ ਲਿਖ ਰਿਹਾ, ਤੁਸੀਂ ਮੈਨੂੰ 5 ਸਾਲ ਦਾ ਬੱਚਾ ਦੇ ਦਿਓ, ਤੁਸੀਂ ਜੋ ਚਾਹੋਗੇ ਮੈਂ ਉਸ ਨੂੰ ਉਹ ਬਣਾ ਦੇਵਾਂਗਾ। ਇਹ ਪਰਸਨ ਸਾਈਕੋਲੋਜਿਸਟ ਹੈ, ਬੜਾ ਹੀ এনवायरमेंटल ਪਰਸਨ ਹੈ। ਇਸ ਪਰਸਨ ਨੇ ਇਹ ਜਦੋਂ ਆਪਣੀ ਸਟੱਡੀ ਕੀਤੀ ਸੀ ਉਹਦੇ ਵਿੱਚ ਲਿਖਿਆ ਸੀ, ਸ਼ਾਇਦ ਤੁਸੀਂ ਸਾਈਕੋਲੋਜੀ ਵਿੱਚ ਹੈਰੀਡਿਟੀ ਐਂਡ এনवायरमेंट ਦਾ ਟੌਪਿਕ ਪੜ੍ਹਦੇ ਹੋ ਤਾਂ ਉਹਦੇ ਵਿੱਚ ਡਿਸਕਸ ਹੁੰਦਾ ਹੈ ਕਿ ਹੈਰੀਡਿਟੀਸ਼ੀਅਨ ਜਿਹੜੇ ਨੇ ਉਹ ਜੱਦ ਨੂੰ, ਹੈਰੀਡਿਟੀ ਨੂੰ ਪੰਜਾਬੀ ਵਿੱਚ ਜੱਦ ਕਿਹਾ ਜਾਂਦਾ ਹੈ, এনवायरमेंट ਨੂੰ ਪੰਜਾਬੀ ਵਿੱਚ ਵਾਤਾਵਰਨ ਕਿਹਾ ਜਾਂਦਾ ਹੈ। ਸੋ JB ਵਾਟਸਨ ਕਹਿੰਦਾ ਵੀ ਬੱਚਾ ਕਿਸੇ ਦਾ ਵੀ ਹੋਵੇ, ਐਨੀ ਫੈਮਿਲੀ, ਕਿਸੇ ਵੀ ਪਰਿਵਾਰ ਤੋਂ ਹੋਵੇ, ਤੁਸੀਂ ਮੈਨੂੰ ਇਹ ਦੱਸੋ ਵੀ 5 ਸਾਲ ਦਾ ਬੱਚਾ ਦੇ ਦਿਓ, ਤੁਸੀਂ ਜੋ ਚਾਹੋਗੇ ਮੈਂ ਉਹਨੂੰ ਉਹ ਬਣਾ ਦੇਵਾਂਗਾ। ਮੈਂ ਤੁਹਾਨੂੰ ਇਹਦੇ ਨਾਲ ਕੋਰਿਲੇਟ ਕਰ ਰਿਹਾ। ਫਾਊਂਡੇਸ਼ਨ, ਫਾਊਂਡੇਸ਼ਨ ਕੀ ਹੁੰਦੀ ਹੈ ਵੀ ਕਾਰਨ ਕੀ ਹੈ ਵੀ ਜਦੋਂ ਅਸੀਂ ਪਹਿਲੇ 5 ਸਾਲ ਬੱਚੇ ਨੂੰ ਜੋ ਕੁਝ ਦਿੰਦੇ ਆ ਨਾ, ਉਹੀ ਬੱਚਾ ਅੱਗੇ ਲੈ ਕੇ ਚੱਲਦਾ। ਮੈਂ ਤੁਹਾਨੂੰ ਇੱਕ ਬੜੀ ਅੱਛੀ ਗੱਲ ਇਹਦੇ ਵਿੱਚ ਦੱਸਣ ਚਾਹ ਰਿਹਾ, ਸਟਾਰਟਿੰਗ ਤੋਂ ਥੋੜਾ ਜਿਹਾ ਮੇਰੇ ਮਾਈਂਡ ਸਕਿਪ ਹੋ ਗਿਆ, ਕਿ ਇਹਦੇ ਵਾਸਤੇ ਗੁੱਡ ਨਿਊਜ਼ ਕੀ ਹੈ। ਜਿਹੜੇ ਪਹਿਲੇ 3 ਸਾਲ ਨੇ, ਦੇਖੋ ਧਿਆਨ ਦੇ ਨਾਲ, ਤੁਹਾਨੂੰ PPT ਸੀ ਬਿਲਕੁਲ ਸਾਫ਼ ਨਜ਼ਰ ਆ ਰਿਹਾ, ਟੋਟਲ 5 ਸਾਲ ਨੇ। ਪਹਿਲੇ 3 ਸਾਲ ਜਿਹੜੇ ਨੇ ਉਹਦੇ ਵਿੱਚ ਡਿਸਕਸ ਕੀ ਹੋਏਗਾ, ਤੁਹਾਡੇ ਪੜ੍ਹਾਈ ਸਟੱਡੀ ਦੇ ਨਾਲ ਰਿਲੇਟਡ ਹੈ। ਪ੍ਰੀ ਪ੍ਰਾਇਮਰੀ ਟੀਚਰ, ਤੁਸੀਂ ਪੜ੍ਹਾਣਾ ਨਾ ਬੱਚਿਆਂ ਨੂੰ, ਟੈਸਟ ਕਲੀਅਰ ਕਰਕੇ ਜੌਬ ਦੇ ਵਿੱਚ ਆਣਾ ਨਾ, ਤਾਂ ਆਪਣੇ ਕ੍ਰਿਸ਼ਨ ਕੁਮਾਰ ਜੀ ਨੇ ਇੱਕ ਨਵੀਂ ਜਿਹੜੀ ਪਾਲਿਸੀ ਦੇ ਵਿੱਚ ਸਾਰੇ ਸਕੂਲ ਦੇ ਵਿੱਚ ਇੱਕ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਸਟਾਰਟ ਕਰੀ ਹੈ, ਜਿਹਦੇ ਵਿੱਚ ਸਮਾਰਟ ਸਕੂਲ ਬਣਾ ਦਿੱਤੇ ਗਏ ਹਨ। 3 ਸਾਲ ਬੱਚਾ ਤੁਹਾਡੇ ਕੋਲ ਪ੍ਰੀ ਪ੍ਰਾਇਮਰੀ ਟੀਚਰਸ ਤੋਂ ਸਟੱਡੀ ਕਰੇਗਾ। ਮੇਰੀ ਗੱਲ ਨੂੰ ਧਿਆਨ ਦੇ ਦਿਓ, ਜਿਹਨੂੰ ਅਸੀਂ ਪਹਿਲਾਂ ਆਂਗਨਵਾੜੀ ਜਿਹੜੀਆਂ ਆਪਣੀਆਂ ਸਕੂਲਾਂ ਵਿੱਚ ਚੱਲ ਰਹੀਆਂ ਨੇ, ਇੱਕ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਇਹ ਕੁਝ ਨਵਾਂ ਨਹੀਂ ਹੈ। ਜਸਟ ਕੀ ਹੈ, ਆਂਗਨਵਾੜੀ ਸ਼ਬਦ ਨੂੰ, ਆਂਗਨਵਾੜੀ ਦੀ ਪੜ੍ਹਾਈ ਨੂੰ, ਆਂਗਨਵਾੜੀ ਦੇ ਟੀਚਰਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਥਰੂ NTT। Now NTT, the first course is DECE, ਫੁੱਲ ਫਾਰਮ ਇਹਦੀ, ਸ਼ਾਇਦ ਤੁਸੀਂ ਸਾਰਿਆਂ ਨੇ ਜਿਹੜੇ ਜੁਆਇਨ ਹੋ ਰਹੇ ਨੇ ਤਾਂ ਐਲੀਜੀਬਲ ਤਾਂ ਹੋਵੋਗੇ, ਤਾਂ ਸ਼ਾਇਦ ਤੁਹਾਨੂੰ ਇਹਦੀ ਫੁੱਲ ਫਾਰਮ ਪਤਾ ਹੋਏਗੀ। ਪਲੀਜ਼ ਰਿਪਲਾਈ ਕਰੋਗੇ ਜਿਹਨੂੰ ਪਤਾ ਹੈ, ਰਿਪਲਾਈ ਕਰ ਸਕਦੇ ਹੋ। DECE, ਹਾਂਜੀ ਜਲਦੀ ਨਾਲ ਰਿਪਲਾਈ ਕਰੋ। ਵਟ ਇਜ਼ ਦਾ ਫੁੱਲ ਫਾਰਮ ਆਫ DECE? ਸਾਰੇ ਟੀਚਰ ਲੱਗਣ ਜਾ ਰਹੇ ਹੋ ਨਾ। NTT ਦੇ ਬਾਰੇ ਤਾਂ ਪਤਾ ਹੀ ਹੈ, ਨਰਸਰੀ ਟੀਚਰ ਟ੍ਰੇਨਿੰਗ, ETT ਐਲੀਮੈਂਟਰੀ ਟੀਚਰ ਟ੍ਰੇਨਿੰਗ। ਉਵੇਂ ਹੀ DECE ਨੂੰ ਆਪਾਂ ਕੀ ਲਿਖਦੇ ਹਾਂ? ਹਾਂਜੀ, ਇਹ ਕੁਐਸਚਨ ਪੇਪਰ ਵਿੱਚ ਆ ਸਕਦਾ ਹੈ, ਇਹ ਤੁਹਾਡਾ ਕੰਟੈਂਟ ਹੈ DECE। ਚਲੋ ਨਹੀਂ ਪਤਾ ਤਾਂ ਆਪਾਂ ਇਸ ਨੂੰ ਹੁਣੇ ਡਿਸਕਸ ਕਰਦੇ ਹਾਂ। ਪਲੀਜ਼ ਰਾਈਟ ਡਾਊਨ ਔਨ ਯੋਰ ਨੋਟਬੁੱਕ, ਡਿਪਲੋਮਾ, D as a diploma in early
चाइल्ड एंड केयर एजुकेशन, डिप्लोमा इन अर्ली चाइल्ड एंड केयर एजुकेशन। ठीक है जी, ये तुसी प्लीज फुल फॉर्म नोट करो। हुण मैं तुहानूं होर इहदे बारे बड़ा ही इंपोर्टेंट क्वेश्चन दसन जा रहा हाँ। द वर्ड इज इग्नू, IGNOU, सुनिया होया नाम जी सारे ने। डिप्लोमा इन अर्ली चाइल्ड केयर एंड एजुकेशन, चाइल्डहुड केयर एंड एजुकेशन नहीं जी। तारा जी तुसी नोट कर रहे हो, डिप्लोमा इन अर्ली चाइल्ड केयर एंड एजुकेशन। प्रियंका जी ने बिल्कुल सही लिखा है, गुड, वेरी गुड। डिप्लोमा इन अर्ली चाइल्डहुड केयर एंड एजुकेशन, हाँ जी। इग्नू, हाँ जी, इग्नू की फुल फॉर्म पता है? इंदिरा गांधी नेशनल ओपन यूनिवर्सिटी। क्वेश्चन पेपर आएगा, बड़ा ही इंपोर्टेंट है। ये यूनिवर्सिटी किहड़े साल दे विच इंडिया दे विच लागू एस्टैबलिश हुई सी? द आंसर इज 1985। देखो स्टूडेंट्स, तुसी किन्ने कु अवेयर हो अपने काम दे लई। मैं तुहानूं जदों मेरा लैक्चर स्टार्ट होया सी तो मैं तुहानूं डायरैक्ट गल कीती सी कि आपां सबजैक्टिविटी नूं घट डिस्कस करना है, ऑब्जैक्टिव टर्म्स नूं ज़्यादा डिस्कस करना है। क्योंकि जदों तुसी क्वेश्चन करन बैठदे हो ना तो तुहाडे माइंड विच बड़े डाउट्स बन जांदे ने कि साडे ऑब्जैक्टिव टाइप क्वेश्चन सॉल्व क्यों नहीं हो रहे। मैं नहीं कह रहा कि आपां सबजैक्टिव टर्म्स नूं डिस्कस नहीं करांगे, पर जेकर तुसी कंटेंट दे नाल चलोगे, नाल दे नाल ऑब्जैक्टिव टर्म्स नूं डिस्कस करोगे तो तुहाडा एग्जाम बड़ा कॉन्फिडेंटली क्रैक होएगा। तो मैं तुहानूं इधरों डिस्कस कर रहा सी एंटिटी डिप्लोमा इन अर्ली चाइल्ड केयर एंड एजुकेशन, इग्नू 1985 ਦੇ ਵਿੱਚ ਐਸਟੈਬਲਿਸ਼ ਹੋਈ। ਹੁਣ ਪੇਪਰ ਦੇ ਵਿੱਚ ਕੁਐਸਚਨ ਇੱਕ ਕ੍ਰੀਏਟ ਹੋ ਸਕਦਾ ਹੈ, ਦਿਸ ਇਜ਼ ਦਾ ਓਪਨ ਯੂਨੀਵਰਸਿਟੀ। ਅਗਰ ਪੇਪਰ ਵਿੱਚ ਕੁਐਸਚਨ ਬੰਦਾ ਹੈ, ਹਾਂਜੀ ਵਿਨੀਤ ਕੰਬੋਜ ਜੀ 1985 ਇਟਸ ਅ ਕਰੈਕਟ ਆਨਸਰ। ਅਗਰ ਕੁਐਸਚਨ ਪੇਪਰ ਵਿੱਚ ਬੰਦਾ ਹੈ ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਓਪਨ ਯੂਨੀਵਰਸਿਟੀ, ਕਿਉਂਕਿ ਜਦੋਂ ਵੀ ਆਪਾਂ ਇਗਨੂ ਦੀ ਗੱਲ ਕਰਦੇ ਹਾਂ ਤਾਂ ਉਹਦੇ ਨਾਲ ਇਹ ਵਾਲਾ ਕੁਐਸਚਨ ਪੂਰੀ ਤਰ੍ਹਾਂ ਅਟੈਚਡ ਹੈ। ਓਪਨ ਯੂਨੀਵਰਸਿਟੀ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਕਿਹੜੀ ਐਸਟੈਬਲਿਸ਼ ਹੋਈ ਹੈ? ਹਾਂਜੀ, ਐਨੀ ਰਿਸਪੌਂਸ ਕਿਸੇ ਨੂੰ ਪਤਾ ਹੈ? ਦੱਸ ਸਕਦੇ ਹੋ? ਇੰਡੀਆ ਦੇ ਵਿੱਚ ਸਭ ਤੋਂ ਪਹਿਲੀ ਓਪਨ ਯੂਨੀਵਰਸਿਟੀ ਕਿਹੜੀ ਐਸਟੈਬਲਿਸ਼ ਹੋਈ ਹੈ? ਚਲੋ ਮੈਂ ਤੁਹਾਨੂੰ ਦੱਸ ਦੇਣਾ, ਡਾਕਟਰ BR अंबेडकर, अंबेडकर यूनिवर्सिटी। ठीक है, डॉक्टर BR अंबेडकर यूनिवर्सिटी। अनिल कौर जी, सॉरी अंजलि कौर जी, आप अगे चल रहे हैं। मैं इग्नू नूं भी दसता, हुण अगे तुहाडे मैं डिस्कस कर रहा ओपन यूनिवर्सिटी। ओपन यूनिवर्सिटी भारत दे विच सब तो पहली ओपन यूनिवर्सिटी किहड़ी एस्टैबलिश हुई है? द आंसर इज डॉक्टर BR अंबेडकर यूनिवर्सिटी। हुण इहदे नाल क्वेश्चन डिस्क्राइब होंदा है भी जे इग्नू 1985 दे विच एस्टैबलिश हुई है तो डॉक्टर BR अंबेडकर एस्टैबलिश हुई है 1982 दे विच, 1982। ठीक है जी, याद रखियो, भुल्लियो ना, ये इंपोर्टेंट है। क्योंकि देखो जी सारिया चीज़ां एक दूजे दे नाल जो अटैच ने। फाउंडेशन तो स्टार्ट किया सी, JB वाटसन नूं मैं तां डिस्कस किया क्योंकि ये परिभाषा बच्चों के नाल जुड़ी हुई है। तुसीं मैनूं 5 साल का बच्चा दिओ, प्री प्राइमरी एजुकेशन वाले स्टूडेंट्स पेपर ध्यान देंगे कि जिहड़ी भी तुसीं स्टडी कर रहे हो वो किन्ने सालां तक के बच्चे दी है? 5 तो 6 साल के बच्चे तक। तुसीं किन्हां नूं पढ़ाना है? 5 तो 6 साल के बच्चे तक। ठीक है जी। सो वाटसन तो बाद आपां एंटिटी नूं फुल फॉर्म नूं डिस्कस किया, डिप्लोमा इन अर्ली चाइल्डहुड केयर एंड एजुकेशन डिस्कस किया। इग्नू एस्टैबलिश हुई 1985 दे विच। सब तो पहली ओपन यूनिवर्सिटी बनी है डॉक्टर BR अंबेडकर यूनिवर्सिटी 1982 दे विच। ठीक है जी, हाँ जी। सब तो पहला मैं तुहानूं दस रहा सी फर्स्ट स्टैप का नाम की है? फाउंडेशन। सब तो पहले का स्टैप की है? फाउंडेशन। हाँ जी, फाउंडेशन का मतलब हुंदा है वो स्टेज जदों असी किसी काम की तैयारी करते हाँ। पंजाबी दे विच तैयारी,
उस तो बाद दूजे स्टेप का नाम है प्रीपेटरी स्टेज। प्रीपेटरी स्टेज, इग्नू की फुल फॉर्म रिपीट कर दो सर प्लीज। इंदिरा गांधी नेशनल ओपन यूनिवर्सिटी। इंदिरा गांधी नेशनल ओपन यूनिवर्सिटी, ठीक है जी, न्यू दिल्ली, नवी दिल्ली दे विच है जी। जी मिडल, मिडल स्टेज है जी थर्ड, ठीक है जी। ਤੇ फोर्थ वन ਤੇ डिस्कस होंदी है जी ਸੈਕੰਡਰੀ। ਹੁਣ ਆਪਾਂ ਇਹਨਾਂ ਦੇ ਸਮੇਂ ਕਾਲ ਨੂੰ ਆਰਾਮ ਦੇ ਨਾਲ ਤੇ ਬੜੇ ਹੀ ਢੰਗ ਦੇ ਨਾਲ ਨੋਟ ਕਰਨਾ ਹੈ। ਸੋ ਪਲੀਜ਼ ਆਪਣੀਆਂ ਸੈਂਸਿਸ ਨੂੰ ਓਪਨ ਰੱਖਿਓ। ਨਾਓ ਹੁਣ ਆਪਣੀਆਂ ਕਿੰਨੀਆਂ ਸੈਂਸਿਸ ਯੂਜ਼ ਹੋ ਰਹੀਆਂ ਨੇ? ਈਅਰ, ਆਈਜ਼ ਤੁਸੀਂ ਦੇਖ ਰਹੇ ਹੋ, ਟਚ, ਠੀਕ ਹੈ। ਤਾਂ ਟੰਗ ਵੀ ਤੁਸੀਂ ਥੋੜਾ ਬਹੁਤਾ ਸ਼ਾਇਦ ਆਪਣੇ ਆਪ ਦੇ ਵਿੱਚ ਕੁਝ ਬੋਲ ਰਹੇ ਹੋਵੋਗੇ, ਮੀਨਸ ਟੂ ਆਪਣੇ ਆਪ ਦੇ ਵਿੱਚ ਡਿਸਕਸ ਕਰ ਰਹੇ ਹੋਵੋਗੇ, ਤਾਂ ਇਹ ਚੀਜ਼ਾਂ ਵੀ ਯੂਜ਼ ਹੋ ਰਹੀਆਂ ਨੇ। ਹਾਂਜੀ, ਸਭ ਤੋਂ ਪਹਿਲੀ ਫਾਊਂਡੇਸ਼ਨ, ਜਿਹਦੇ ਵਿੱਚ ਆਪਾਂ 5 ਸਾਲ ਡਿਸਕਸ ਕਰਨਾ ਹੈ। ਨਾ ਟਰਮ ਇਜ਼ 5 ਇਅਰਸ। ਪਹਿਲੇ 3 ਸਾਲ ਮੈਂ ਅੰਡਰਲਾਈਨ ਕਰ ਰਿਹਾ, ਦ ਫਸਟ 3 ਇਅਰਸ, ਆ ਦੇਖੋ ਜੀ ਐਰੋ ਲੈ ਕੇ ਚੱਲੇ ਆ, ਪ੍ਰੀ ਪ੍ਰਾਇਮਰੀ ਐਜੂਕੇਸ਼ਨ। ਪਹਿਲੇ 3 ਸਾਲ ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਜਿਸ ਦੇ ਵਿੱਚ ਬੱਚੇ ਨੇ ਸਿਰਫ ਕੀ ਕਰਨਾ ਹੈ? ਲਰਨਿੰਗ ਬਾਏ ਪਲੇਇੰਗ, ਖੇਡ ਕੇ ਸਿੱਖਣਾ ਹੈ। ਜਿਹੜਾ ਤੁਸੀਂ ਐਕਸਪਰਟ ਬਣ ਕੇ ਟੀਚਰਸ ਬਣ ਕੇ ਜਾ ਰਹੇ ਹੋ, ਤਾਂ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਸਿਖਾਣਾ ਹੈ। ਦ ਫਸਟ 3 ਇਅਰਸ, ਜਿਹੜੀ ਕਿ ਆਪਾਂ ਜਿਵੇਂ ਕਿ ਡਿਸਕਸ ਕਰਦੇ ਹਾਂ, ਸਟਾਰਟਿੰਗ ਹੁੰਦੀ ਹੈ ਆਪਣੀ ਨਰਸਰੀ, UKG LKG ਕਲਾਸ ਹੁੰਦੀ ਹੈ ਨਾ, ਉਹੀ 3 ਸਾਲ ਨੇ, ਉਹੀ 3 ਸਾਲ ਨੂੰ ਉਹਦੇ ਵਿੱਚ ਡੀਲ ਕੀਤਾ ਗਿਆ। ਨੈਕਸਟ 2 ਸਾਲ, ਜਿਹਨੂੰ ਜਮਾਤ, ਆ ਮੈਂ ਬ੍ਰੈਕਟ ਜਿਹੜੀ ਥੱਲੇ ਲਿਖੀ ਨਾ, ਇਹ ਜਮਾਤ ਲਿਖੀਆਂ ਨੇ, ਜਮਾਤਾਂ, ਜਿਵੇਂ ਕਿ ਕਲਾਸਿਸ, ਪਹਿਲੀ ਕਲਾਸ ਤੇ ਦੂਜੀ ਕਲਾਸ। ਪਹਿਲੇ 3 ਸਾਲ ਪ੍ਰੀ ਪ੍ਰਾਇਮਰੀ, ਪ੍ਰੀ ਪ੍ਰਾਇਮਰੀ ਕਹਿਣ ਦਾ ਮਤਲਬ ਜਿਹਦੇ ਵਿੱਚ ਤੁਸੀਂ 3 ਸਾਲ ਬੱਚੇ ਨੇ ਐਜ਼ ਅ ਨਰਸਰੀ, UKG LKG ਡਿਸਕਸ ਕਰਨਾ ਹੈ। ਨੈਕਸਟ 2 ਇਅਰਸ ਪਹਿਲੀ ਤੇ ਦੂਜੀ ਕਲਾਸ, ਠੀਕ ਹੈ ਜੀ। ਇਹਦੇ ਵਿੱਚ ਨੋਟ ਕਰ ਲਓ, ਇਹਦੇ ਵਿੱਚ ਤੁਸੀਂ ਨੋਟ ਕਰ ਲਓ ਕਿ ਜਿਹੜਾ ਵੀ ਕੰਮ ਕਰਨਾ ਹੈ ਉਹ ਸਾਰਾ ਖੇਲ ਕੇ, ਕੂਦ ਕੇ ਪੜ੍ਹਨਾ ਹੈ। ਖੇਡਣਾ, ਕੂਦਣਾ ਤੇ ਪੜ੍ਹਨਾ, ਇਹ ਲੋਗੋ ਨੋਟ ਕਰ ਲਓ। ਖੇਡਣਾ, ਮੈਂ ਥੋੜਾ ਤੁਹਾਨੂੰ ਐਰੋ ਦੇ ਨਾਲ ਦੱਸ ਦਿੰਨਾ, ਪਲੇ ਤੇ ਸਟੱਡੀ, ਖੇਡ ਕੇ ਸਿੱਖਣਾ। ਇਹਦੇ ਵਿੱਚ ਕੋਈ ਬਾਉਂਡੇਸ਼ਨ ਨਹੀਂ ਹੋਏਗੀ, ਕੋਈ ਜ਼ਿਆਦਾ ਇਸ ਤਰ੍ਹਾਂ ਦਾ ਵਰਕਲੋਡ ਨਹੀਂ ਹੋਏਗਾ ਕਿ ਬੱਚਾ ਇਹ ਸੋਚੇ ਕਿ ਮੈਨੂੰ ਬਹੁਤ ਜ਼ਿਆਦਾ ਕੰਮ ਮਿਲ ਰਿਹਾ ਹੈ। ਪੜ੍ਹਾਇਆ ਜਾਏਗਾ ਥਰੂ ਐਕਟੀਵਿਟੀਜ਼, ਥਰੂ ਪਲੇਇੰਗ, ਥਰੂ ਡਿਸਕਸ਼ਨਸ, ਥਰੂ ਮਟੀਰੀਅਲ, ਜੋ ਕਿ ਤੁਹਾਨੂੰ ਸਕੂਲ ਦੇ ਵਿੱਚ ਪ੍ਰੋਵਾਈਡ ਹੋਏਗਾ। ਨਾਓ ਨੈਕਸਟ, ਫਸਟ ਕੰਟੈਂਟ, ਫਸਟ 5 ਇਅਰਸ ਦਾ ਕੰਟੈਂਟ ਕਲੀਅਰ ਹੋ ਗਿਆ। ਨੈਕਸਟ ਪੇਪਰ ਦੇ ਵਿੱਚ ਪੁੱਛਿਆ ਜਾਏਗਾ ਵੀ ਜਿਹੜਾ ਦੂਸਰੀ ਸਟੇਜ ਹੈ ਉਹਦਾ ਨਾਮ ਕੀ ਹੈ? ਪ੍ਰੀਪੇਟਰੀ ਸਟੇਜ। ਪ੍ਰੀਪੇਟਰੀ ਸਟੇਜ ਦੇ ਵਿੱਚ, ਸੋਰੀ ਮੈਂ ਨਾ ਥੋੜਾ ਜਿਹਾ ਪੰਜਾਬੀ ਦੇ ਵਿੱਚ ਇੱਥੇ ਗਲਤ ਲਿਖ ਬੈਠਾ ਸੀ, ਸੋਰੀ, ਮੈਂ ਇਸ ਨੂੰ ਥੋੜਾ ਜਿਹਾ ਕੱਟ ਕਰ ਰਿਹਾ। ਪ੍ਰੀਪੇਟਰੀ ਨੂੰ ਤੁਸੀਂ ਪੰਜਾਬੀ ਦੇ ਵਿੱਚ ਤਿਆਰੀ ਲਿਖ ਦਿਓ, ਫਾਊਂਡੇਸ਼ਨ ਤਿਆਰੀ ਨਹੀਂ ਹੋਏਗਾ, ਫਾਊਂਡੇਸ਼ਨ ਨੂੰ ਛੋੜ ਦਿਓ, ਪ੍ਰੀਪੇਟਰੀ ਨੂੰ ਤੁਸੀਂ ਤਿਆਰੀ ਲਿਖ ਲਓ, ਠੀਕ ਹੈ ਜੀ। ਜੀ ਥੈਂਕ ਯੂ ਦੀ ਕੋਈ ਗੱਲ ਨਹੀਂ ਜੀ, ਤੁਸੀਂ ਕੰਟੈਂਟ ਵੱਲ ਧਿਆਨ ਦਿਓ। ਹਾਂਜੀ ਸਿਮਰਨ ਮੈਂ ਮਾਨ 1982 ਵਿੱਚ, ਡਾਕਟਰ BR ਅੰਬੇਦਕਰ 1982 ਵਿੱਚ ਹੋਈ, ਠੀਕ ਹੈ, ਹਾਂ ਠੀਕ ਹੈ ਜੀ। ਤੁਸੀਂ ਥੈਂਕ ਯੂ ਵਗੈਰਾ ਦੇ ਮੈਸੇਜ ਘੱਟ ਕਰਕੇ ਕੰਟੈਂਟ ਦੇ ਮੈਸੇਜ ਜ਼ਿਆਦਾ ਕਰੋ, ਹੈ ਨਾ, ਆਪ ਉਹਦੇ ਵੱਲ ਜ਼ਿਆਦਾ ਚਲੀਏ। ਪ੍ਰੀਪੇਟਰੀ ਨੂੰ ਆਪਾਂ ਗੱਲ ਕਰਦੇ ਹਾਂ, ਧਿਆਨ ਦੇ ਨਾਲ ਨੋਟ ਕਰ ਲਓ, ਨੋਟਬੁੱਕ ਪੈਨ ਯੂਜ਼ ਜ਼ਰੂਰ ਕਰਿਓ। ਇਹ ਨਾ ਸੋਚੋ ਕਿ ਸਰ ਸਾਨੂੰ ਰਿਕਾਰਡਡ ਲੈਕਚਰ ਦੇਣਗੇ ਤਾਂ ਅਸੀਂ ਉਹਨੂੰ ਸੁਣ ਲਾਂਗੇ। ਤੁਹਾਡੀਆਂ ਸੈਂਸਿਸ ਜਿਸ ਤਰ੍ਹਾਂ ਤੁਹਾਨੂੰ ਵਰਕ ਵਿੱਚ ਲਗਾਉਣਗੀਆਂ, ਤੁਹਾਡਾ ਪੇਪਰ ਓਨਾ ਐਸਟੈਬਲਿਸ਼ ਹੋਏਗਾ। ਵੀ ਹੈਵ ਜਸਟ 20 to 25 days ਟੂ ਕਵਰ ਅਪ ਦਾ ਸਿਲੇਬਸ। ਆਪਣੇ ਕੋਲ ਸਿਰਫ 20 ਤੋਂ 25 ਦਿਨ ਨੇ, ਤਾਂ ਇਹ ਤੁਸੀਂ ਕਹੋ ਨਾ ਕਿ ਮੈਂ ਰਿਵੀਜ਼ਨ ਕਰਨੀ ਹੈ, ਰਿਵੀਜ਼ਨ ਦੇ ਲਈ ਤੁਹਾਡੇ ਖੁਦ ਦੇ ਨੋਟਸ ਰੈਡੀ ਹੋਣ। ਤਾਂ ਨੋਟਸ ਵਾਰ-ਵਾਰ ਨਹੀਂ ਬਣਨਗੇ। ਇੱਕ ਲੈਕਚਰ ਜੋ ਹੋ ਗਿਆ ਉਹਦੇ ਨੋਟਸ ਅੱਜ ਹੀ ਤਿਆਰ ਕਰ ਲਓ, ਉਹਨੂੰ ਕੱਲ ਤੇ ਨਾ ਛੱਡੋ ਕਿ ਮੈਂ ਕੱਲ ਬਣਾ ਲਾਂਗੇ, ਉਹਨੂੰ ਦੁਬਾਰਾ ਰਿਪੀਟ ਕਰ ਲਾਂਗੇ, ਦੁਬਾਰਾ ਦੇ ਵਿੱਚ ਨਾ ਆਓ। ਪ੍ਰੀਪੇਟਰੀ 3 ਤੋਂ 5,
ध्यान रखियो 3 साल का टाइम पीरियड है। क्लास केड़ी है? तीजी, चौथी ते पंजवीं। प्रीपरेटरी दे विच 3 साल ने, थर्ड, फोर्थ ते फिफ्थ क्लास। ध्यान नाल सुनियो, ये वाला जिहड़ा स्टैप है इहदे विच सबजैक्ट्स जिहड़े कि ने तैयार करवाए जाते हैं, जिहदे विच साइंस, मैथ्स, आर्ट वगैरह सारे सबजैक्ट्स नूं डील किया जाता है प्रीपरेटरी स्टेज दे विच। नैक्सट स्टेज है अपने कोल मिडल। इट्स अ मिडल। मिडल स्टेज इज आल्सो टाइम पीरियड इज 3 ईयर्स। 6वीं क्लास, 7वीं क्लास ते 8वीं जमात। 3 जमातां पेपर विच क्वेश्चन रिलेटिड पूछा जा सकता है। इहदे नाल तुसीं नोट कर लो, स्किल्ड टाइम। स्किल्ड नूं पंजाबी विच बोलते हैं कौशल। पंजाबी वाले ध्यान दे नाल सुन लो, जिहड़े बच्चे कह रहे हैं कि सर थोड़ा बहुत देखो, जिहड़ी लैंग्वेज है मैं कोई बहुत ही औखी नहीं वरत रहा। ये शब्द तुसीं सुने हुए ने, जिहड़े शब्द तुसीं सुने हुए ने, मैं जस्ट वही शब्दां का इस्तेमाल कर रहा, पंजाबी ते इंग्लिश। वो कहते ना भी एप्पल भी खाओ ते नाल दी नाल सेब भी खाओ, है ना। एप्पल ते नाल सेब है एक ही चीज़, बस एक तुसी माइंड में सैटअप करना है, क्योंकि कई वर्ड सानू पंजाबी में सौखे लगते हैं, कई शब्द सानू इंग्लिश में सौखे लगते हैं। सो मैं दोनों भाषावां का प्रयोग कर रहा हाँ, तो दोनों तरह के सेब तुसी खा सकते हो। एप्पल एंड सेब बोथ आर द सेम। द वर्ड स्किल में वरते है, पेपर में प्रश्न आएगा, नोट कर लो। नवीं सिक्ख्या नीति दे विच कौशल क्रियावां दा समा किहड़े स्टेज विच है? द आंसर इज मिडल। ते क्लासिस किहड़ी स्टार्ट होएगी? 6वीं तो। 6वीं, 7वीं ते 8वीं। हुण इहदे बारे मैं तुहानूं चानन करन लग्या हाँ, दर्शान लग्या हाँ कि 6वीं तो सर असीं स्किल्ड किवें हो जांगे। नवीं पॉलिसी एजुकेशन दे विच सरकार ने एक बड़ी ही अच्छी रिकमेंडेशन कीतियां ने कि अगर बच्चा आर्ट दे विच अच्छा है, आर्ट मतलब कि पेंटिंग, तो बच्चे नूं 6वीं तो 8वीं जमात दे विच ट्रेनिंग दित्तियां जाणगियां। वो बच्चा अलग तो स्कूल टाइम या स्कूल टाइम तो बाद अपने पेंटिंग आर्ट दियां अलग तो किसी एक्सपर्ट तो क्लासिस लै सकता है थ्रू गवर्नमेंट। गवर्नमेंट दे विच सरकारी स्कूलों दे विच बहुत एक्सपर्ट्स ने, सिंगिंग है, आर्टिस्ट ने, मकैनिकल ने, एजुकेशनिस्ट ने, जिन्हों कोलों अपने हुनर ने, उन्होंने वालों सरकार दे वालों रिकमेंड होणगे जिहड़े बच्चे अगर किसी काम दे विच हुनरबाज ने, तो उन्होंने 6वीं तो 8वीं क्लास दे विच उहदे विच एक्सपीरियंस दिता जाएगा कि तुसी थ्योरैटिकल टर्म्स पढ़ो ही पढ़ो, नाल दी नाल प्रैक्टिकल्स भी स्टडी करो। तो बड़ा ही इंपॉर्टेंट टर्म स्किल। ठीक है जी। हेलो सर, हेलो सुनील। सिमरन सर वेयर इज सिचुएटेड मीनस टू की पूछ रहे हो सिमरन तुसी? निशा धूड़िया, इसका रिकॉर्डेड सेशन अवेलेबल हो जाएगा? हाँ जी, निशिता धूड़िया जी, हो जाएगा जी, हो जाएगा रिकॉर्डेड। बट आप अभी लाइव हो रहे हो तो अपने उस लेक्चर्स को ध्यान से सुनिए। ठीक है जी। देखो बड़ा ही इंपॉर्टेंट टास्क है, मैं छोटी छोटी गल्लां ते टाइम जरूर क्यों लगा रहा, क्योंकि ये चीज़ां तुहाडे पेपर विच डायरैक्ट पूछियां जा रही ने। नैक्सट मैं गल करन जा रहा लास्ट स्टेज, जिन्हों नाम दिता गया सकैंडरी, जिंदे विच टोटल किन्ने साल ने? 4। 9वीं, 10वीं, 11वीं ते 12वीं। ये 4 साल तुसी बड़े ही अच्छे ढंग दे नाल पढ़ सकते हो सकैंडरी लैवल दे विच। लो जी, हुण जिहड़ियां नवीआं टर्म्स मैं तुहानूं दस्सण जा रहा भी इहदे विच किहड़ी-किहड़ियां होर नवीआं रिकमेंडेशनस। हाँ जी, उन्हें सारे कुछ तुहानूं क्लीयर हो गया जिहड़ा मैं तुहानूं इस पीपीटी दे उत्ते दिखा रहा हाँ, सारा कुछ क्लीयर हो रहा है। मैं थोड़ा जा इरेज कर ला ताकि अपने को स्पेस बन जाए।
हाँ जी, कुछ पुछना चाहते हो तो पुछ सकते हो। जिन्नी देर मैं इरेज कर रहा तो मैं तुहानूं दस रहा कि ये जिहड़ा अपना है सैशन है बड़ा ही इंपोर्टेंट है, भी इहदे विच नवीं चीज़ सारी डिस्कस की जा रही है। तो आप टाइम वेस्ट ना करते हुए डायरैक्ट कंटेंट, डायरैक्ट ऑबजैक्टिव टाइप क्वेश्चन नूं डिस्कस कर रहे हैं। मैं तुहानूं वार वार गल कर रहा कि जिहड़ी चीज़ मैं तुहानूं दस रहा हाँ वो तुहानूं डायरैक्ट तौर पर पेपर दे विच देखण नूं मिलेगी। ठीक है जी। सो मैं इरेज तां कर रहा कि कुछ नवीं टर्म्स ਆਪਾਂ ਇਹਦੇ ਉੱਤੇ डिस्कस करांगे। पहला वाले सारा कुछ ਤੁਹਾਨੂੰ क्लीयर हो गया। ठीक है, यस सर, थैंक यू, यस सर, ठीक है सोनम, थैंक यू। हाँ, मोटी मोटी रिविजन कर दिओ सर, जरूर जरूर करवा देंगे जी, जरूर। बट तुसी अगर नोटबुक ते पेन यूज कर रहे हो, छोटे बच्चों को कहते होंगे ना, प्री प्राइमरी वाले बच्चे जो पढ़ते हैं, हाँ जी बच्चों नोटबुक लियो, अपनी पेंसिल नोट करो जो मैं बोल रही हाँ। उवें मैं तुहानूं दस रहा, तुहानूं मैं छोटे बच्चों की तरह तां पढ़ा रहा क्योंकि तुसी इस गल नूं अंडरस्टैंड करो। ठीक है, हाँ जी। अलका मैम प्लीज कम। बंद हो गया, आवाज आ रही? हेलो, हाँ जी, हाँ जी। थोड़ी नेटवर्क प्रॉब्लम सी, आप कंटिन्यू कर रहे हैं, जस्ट वेट। आ नहीं चल रहा। ठीक है, ठीक है, ठीक है, ठीक है, ठीक है। सॉरी, 2 मिनट। हाँ जी स्टूडेंट, सॉरी थोड़ी नेटवर्क प्रॉब्लम सी जिदे कारण मैं 1-2 मिनट आप थोड़ा जहा साइड ते हो गए सी। जी, हुण आप अगों डिस्कस कर रहे हैं 9 to 12। एक गल ध्यान रखियो भी ਜਦੋਂ ਆਪਾਂ ਇਹ ਵਾਲੀ ਪਾਲਿਸੀ ਪਹਿਲਾਂ ਪੁਰਾਣੀ ਵਾਲੀ ਪਾਲਿਸੀ ਨੂੰ ਆਪਾਂ ਡਿਸਕਸ ਕਰਦੇ ਸੀ ਤਾਂ ਆਪਾਂ +1 ਤੇ +2 ਦੇ ਵਿੱਚ ਆਪਣੇ ਕੋਲ ਆਰਟਸ, ਸਾਇੰਸ ਤੇ ਕਾਮਰਸ, ਜਿਹਨੂੰ ਹਿਊਮੈਨਿਟੀਜ਼, ਆਰਟਸ ਨੂੰ ਹਿਊਮੈਨਿਟੀਜ਼ ਵੀ, ਇਹ 3 ਸਟਰੀਮਸ ਦੇ ਵਿੱਚ ਆਪਾਂ ਬੱਚੇ ਜਿਹੜੇ ਸੀ ਉਹ ਸਬਜੈਕਟਸ ਨੂੰ ਚੂਜ਼ ਕਰਦੇ ਸੀ, ਹੈ ਨਾ। ठीक है, ये 3 स्ट्रीम्स डिस्कस होंदियां सी। देखो आप जी स्टडी कर ली है +2 तक तो आप ये तीनों स्ट्रीम कुछ ना कुछ करते सी, तो उसी आप कवर अप अगे जाके उस स्ट्रीम कुछ करना पैंदा सी। हुण अगों ध्यान नाल जिहड़ा मैं चीज़ दसन जा रहा जी नवीं न्यू सिक्ख्या नीति दे विच अपने कोल नवीं सिक्ख्या नीति दे विच आया है, उहदे बारे मैं तुहानूं दसन जा रहा भी इहदे विच जिहड़ी सैकेंडरी लैवल दे विच बाउंडेशनस नहीं हैगियां कि असी एक स्ट्रीम दे विच डिस्कस करिए। सो उहदे विच तुहाडे कोल ब्लॉक्स बने होणगे, ब्लॉक्स किंदे सबजैक्ट्स दे, जिस दे विच आर्ट्स दे, साइंस दे, कॉमर्स दे ते स्किल मैं हुणे गल कीती है ना। देखो स्किल टाइम, जिहड़ी स्किल तुसी मिडल स्टेज दे विच कीती है उहदे सबजैक्ट्स तुहानूं नैक्सट सैकेंडरी दे विच मिलणगे। उहदे विच डिपेंड करता है कि बच्चा किसी भी ब्लॉक नूं किसी भी सबजैक्ट दे नाल अटैच कर सकता है। इट्स अ वेरी वेरी न्यू टर्म्स जिहड़े कि बच्चे दे भविख दे लई, जिन्हों मैं ब्लॉक्स किया है या पूल बने होणगे। ठीक है, मतलब कि जिहदे विच हिस्टरी है, फिजिक्स है या क्वांट है या मैथेमैटिक्स है, वो बच्चा आपदे इंटरस्ट दे नाल आपदे पूल्स नूं डिस्कस कर सकता है। ठीक है जी। सो ये चीज़ां आपां नूं सैकेंडरी लैवल दे विच
बड़े ही अच्छे तरीके दे नाल मिलणगियां। तो एक गल होर ध्यान दे नाल कि 6वीं तो 12वीं जिहड़ी स्टडी है वो की है ਸਮੈਸਟਰ ਵਾਈਜ਼ ਕਹਿਣ ਦਾ ਭਾਵ ਇੱਕ ਸਾਲ ਦੇ ਵਿੱਚ 2 ਸਮੈਸਟਰ ਤੇ 4 ਸਾਲਾਂ ਦੇ ਵਿੱਚ 8 ਸਮੈਸਟਰ ਤੁਹਾਨੂੰ ਮਿਲਣਗੇ। ਇਹ ਧਿਆਨ ਰੱਖਿਓ ਵੀ ਇਹਦੇ ਵਿੱਚ ਜਿਹੜੇ ਤੁਹਾਡੇ 8 ਸਮੈਸਟਰ ਦਾ ਜਿਹੜੀ ਟੋਟਲ ਅਸੈਸਮੈਂਟ ਹੈ not only ਮਾਰਕਸ, ਇਹ ਤੁਹਾਡੇ ਸਿਰਫ ਨੰਬਰਾਂ ਤੇ ਆਧਾਰਿਤ ਨਹੀਂ ਹੋਏਗਾ, ਆਲ ਓਵਰ ਤੁਹਾਡਾ ਇਵੈਲੂਏਸ਼ਨ ਕੀਤਾ ਜਾਏਗਾ। ਜਿਹੜਾ ਕਿ ਤੁਸੀਂ ਪਹਿਲਾਂ ਸ਼ਾਇਦ ਸ਼ਬਦ ਸੁਣਿਆ ਹੋਣਾ CCE, ਫੁੱਲ ਫਾਰਮ ਪਤਾ ਹੈ ਬੱਚਿਆਂ ਨੂੰ ਤੁਹਾਨੂੰ? CCE ਦੀ ਫੁੱਲ ਫਾਰਮ? ਹਾਂਜੀ, ਕੋਈ ਸਟੂਡੈਂਟ अंजलि कौर सिर्फ प्रेपरेटरी एंड फाउंडेशन रिपीट कर दो। हाँ जी, मैं थोड़ा बहुत दस देना थानू। हाँ जी, एनी क्वेश्चन भी जिहदे विच CCE दी फुल फॉर्म कॉन्टीन्यूस कंप्रीहेंसिव इवैल्यूएशन। पंजाबी विच नोट कर लो, इंग्लिश वाली मैं रिपीट कर रहा, कॉन्टीन्यूस कंप्रीहेंसिव इवैल्यूएशन। पंजाबी विच कॉन्टीन्यूस नूं पंजाबी च बोलते हैं लगातार, कंप्रीहेंसिव नूं बोलते हैं पंजाबी च व्यापक, ते इवैल्यूएशन नूं बोलते हैं मुलांकन। पंजाबी दे विच इवैल्यूएशन नूं बोलते हैं मुलांकन, ते मुलांकन नूं अगर मैं दसां डिस्क्राइब करा मुल्लां दा अंकन। देखो जिहड़ा भी शब्द आपने कोल आएगा आपां उहनूं नाल दे नाल वंड दांगे ताकि कदे पेपर विच आवे ते तुहानूं पता होवे। CCE दी फुल फॉर्म कॉन्टीन्यूस कंप्रीहेंसिव इवैल्यूएशन। उदाहरण के तौर पर, हाँ जी मनीष कुमार जी, लगातार व्यापक मुलांकन। मुलांकन नूं अगर असीं डिस्क्राइब करांगे तो लिखा जाएगा मुल्लां दा अंकन। ठीक है, तो मैं गल कर रहा सी कि जिहड़ा तुहाडा इहदे विच आएगा ये नॉट ओनली फॉर द मार्क्स, इहदे विच सारी डिस्कशन होएगी तुहाडे बिहेवियर दी, तुहाडे ਜਿਹੜਾ कि मार्क्स की, तुहाडे ਜਿਹੜੇ पहले प्री बोर्ड एग्जाम्स होंगे उन्होंने सारे दी ऑल ओवर बन के उस बाद तुहानूं रिजल्ट्स होंदे मिलणगे। ठीक है जी, सो इस चीज़ नूं कवर अप करो तुसीं अच्छे तरीके नाल। हाँ जी, समझ लग रही है सारिਆਂ ਨੂੰ जी? ਇਹਦੇ ਵਿੱਚ बहुत इंटरस्टिंग टर्म्स ने, तो मैं तुहानूं ਇੰਨੀ ਤੀਕਨ दस रहा। तो उस बाद ਆਪਾਂ डिस्कस करन जा रहे हैं कि हुण आपां स्टडी ਜਿਹੜੀ ਨਵੀਂ ਸਿੱਖਿਆ ਨੀਤੀ ਨੂੰ ਆਪਾਂ ਜਿਹੜੇ ਕਿੰਨੇ ਸਾਲਾਂ ਤੋਂ 5 ਸਾਲ, 5 ਤੇ 3 8 ਤੇ 3 11 ਤੇ 4 15। ठीक है जी, जोड़ 5 ਤੇ 3 8 3 11 ਤੇ 4 15 ਸਾਲ ਦੀ ਸਟੱਡੀ ਨੂੰ ਅਸੀਂ 4 ਭਾਗਾਂ ਦੇ ਵਿੱਚ ਵੰਡਿਆ ਹੈ। ਫਾਊਂਡੇਸ਼ਨ, जिंदे विच असी बच्चे दे पहले 3 साल प्री प्राइमरी दे ते अगले 2 साल पहली ते दूसरी क्लास दे। प्रीपरेटरी दे विच तीसरी चौथी ते पंजवीं क्लास होएगी। तीसरी चौथी पंजवीं क्लास का मतलब यह है कि जिहदे विच असी सबजैक्ट साडे नाल डिस्कस किए जाणगे सारे। उस तो बाद थर्ड स्टेज विच 6वीं 7वीं 8वीं स्किल्ड टाइम। एक गल इहदे नाल नोट कर लो कि अंग्रेजी भाषा इंग्लिश डील जस्ट एज अ सबजैक्ट। पंजाबी दसना कि इंग्लिश जिहड़ी भाषा है वो एक सिर्फ विषय के तौर पर पढ़ी जाएगी। ये कंपलसरी नहीं होएगा कि बच्चा उस तो बाद इंग्लिश भाषा दे विच पढ़े, क्योंकि अपने खास करके पंजाब दे विच या इंडिया दे विच डिस्कस होंदा है भी इंग्लिश लैंग्वेज
ਕਿਸੇ ਵੀ ਤੁਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਜਾਂ ਕਿਤੇ ਵੀ ਜੌਬ ਦੇ ਲਈ ਜਾਂਦੇ ਹੋ ਤਾਂ ਭਾਸ਼ਾ ਉਹ ਕਹਿੰਦੇ ਨੇ ਇੰਗਲਿਸ਼ ਜਿਹੜੀ ਫਲੂਐਂਸੀ ਉਹ ਬਹੁਤ ਜ਼ਰੂਰੀ ਹੈ। ਬਟ ਅਕੋਰਡਿੰਗ ਟੂ ਮੀ ਮੈਂ ਤੁਹਾਨੂੰ ਚਲੋ ਇੱਕ टॉपिक का कुछ कंटेंट बट सुजेस्ट करदा, भाषा जो भी हो स्पष्ट हो और प्रभावशाली हो आप उसमें बहुत कुछ कर सकती हैं। एक जस्ट मेरे व्यूज ने भी लैंग्वेज ਨੂੰ ਜਿਹੜੀ ਹੁਣ ਨਵੀਂ ਪਾਲਿਸੀ ਐਜੂਕੇਸ਼ਨ ਵਿੱਚ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਲਿਖਤਾ ਹੈ ਕਿ ਇੰਗਲਿਸ਼ ਨੂੰ ਸਿਰਫ ਇੱਕ ਵਿਸ਼ੇ ਦੇ ਤੌਰ ਤੇ ਪੜ੍ਹਾਇਆ ਜਾਏਗਾ, ਨਾ ਕਿ ਇੱਕ ਕੰਪਲਸਰੀ ਸਬਜੈਕਟ ਕੰਪਲਸਰੀ ਲੈਂਗੁਏਜ ਹੈ। ਠੀਕ ਹੈ ਜੀ, ਇਹ ਬੜਾ ਹੀ ਇੰਪੋਰਟੈਂਟ ਇਹਦੇ ਵਿੱਚ ਟ੍ਰੀਟ ਕੀਤਾ ਗਿਆ। ਤੇ ਸਕਿੱਲ ਦੇ ਵਿੱਚ ਮੈਂ ਤੁਹਾਨੂੰ ਗੱਲ ਕੀਤੀ ਹੈ ਕੰਪਿਊਟਰ ਹੋ ਗਿਆ, ਆਰਟ ਹੋ ਗਿਆ, ਇੰਟਰਨਸ਼ਿਪਸ ਹੋ ਗਈਆਂ। ਹਾਂ ਇਟਸ ਅ ਵੈਰੀ ਵੈਰੀ ਇੰਪੋਰਟੈਂਟ, ਮੈਂ ਸਕਿਪ ਕਰ ਗਿਆ ਸੀ, ਪਲੀਜ਼ ਇਹਦੇ ਨਾਲ ਨੋਟ ਕਰ ਲਓ ਇੱਕ ਸ਼ਬਦ ਇੰਟਰਨਸ਼ਿਪ। ਮੈਂ ਤੁਹਾਨੂੰ ਹੁਣੇ ਦੱਸਿਆ ਸੀ ਨਾ ਇੰਟਰਨਸ਼ਿਪ ਜਿਹਦੇ ਵਿੱਚ ਅਸੀਂ ਪ੍ਰੈਕਟਿਸ ਕਰਾਂਗੇ, ਡਿਸਕਸ ਕਰਾਂਗੇ, ਤਾਂ ਉਹਦੇ ਵਿੱਚ ਇੰਟਰਨਸ਼ਿਪਸ ਕਰਾਈਆਂ ਜਾਣਗੀਆਂ। ਠੀਕ ਹੈ ਜੀ, ਇੰਟਰਨਸ਼ਿਪ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਅਦਰ ਟੀਚਰਸ ਕੋਲ ਐਕਸਪਰਟਸ ਕੋਲ ਆਪਣੀਆਂ ਕਲਾਸਿਸ ਲਗਾਉਣਗੇ ਇਨ ਦਾ ਟਾਈਮ ਆਫ ਸਕੂਲ ਦੇ ਸਮੇਂ ਦੇ ਵਿੱਚ। ਇਸ ਤੋਂ ਬਾਅਦ ਵੀ ਉਹਦੇ ਵੱਲ ਗਾਈਡਲਾਈਨਸ ਲੈ ਸਕਦੇ ਨੇ। ਠੀਕ ਹੈ ਜੀ, ਇਹ ਤਾਂ ਹੋ ਗਈ ਜੀ ਆਪਣੀ ਸਕੂਲਿੰਗ ਹੋ ਗਈ। ਸਕੂਲਿੰਗ ਤੋਂ ਬਾਅਦ ਅਸੀਂ ਹੁਣ ज्वाइन करना है कॉलेज जी। ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਹੈ ਉਹਦੇ ਵਿੱਚ ਅਸੀਂ ज्वाइन करना है कॉलेज। मैं इरेज कर रहे हैं ताकि आप अगे ਉਹਦੇ ਬਾਰੇ डिस्कस कर ਸਕੀਏ। कॉलेज ਦੇ ਵਿੱਚ ਆਪਾਂ किस तरह एंटर करांगे, कॉलेज ਦੇ ਵਿੱਚ ਕਿੰਨੇ ਸਾਲ ਹੋਣਗੇ, ਕਿਹੜੇ ਕਿਹੜੇ ਸਟਰੀਮਸ ਹੋਣਗੇ, ਕਾਲਜ ਦੀ ਐਡਮਿਸ਼ਨ ਦੀਆਂ ਕੀ ਰਿਕਮੈਂਡੇਸ਼ਨਸ ਹੋਣਗੀਆਂ, ਨਵਾਂ ਉਹਦੇ ਵਿੱਚ ਕੀ ਆਇਆ ਹੈ, ਉਹਦੇ ਬਾਰੇ ਕੀ ਡਿਸਕਸ ਕਰ ਰਹੇ ਹਾਂ, ਉਹ ਆਪਾਂ ਸਾਰਾ ਕੁਝ ਇਹਦੇ ਬਾਰੇ ਨਾਲ ਦੀ ਨਾਲ ਸਟੱਡੀ ਕਰਦੇ ਹਾਂ। ਸੋ ਹਾਂ ਸਮੇਂ ਲੱਗ ਰਹੀ ਹੈ ਸਾਰਿਆਂ ਨੂੰ? ਹਾਂਜੀ ਠੀਕ ਹੈ। ਆਨਲਾਈਨ ਕਲਾਸਿਸ ਦੇ ਵਿੱਚ ਕੁਝ ਬਹੁਤ ਆਪਾਂ ਨੂੰ ਨਵਾਂ ਵੀ ਮਿਲ ਰਿਹਾ ਹੈ, ਪਰ ਇੱਕ ਫੇਸ ਟੂ ਫੇਸ ਇੰਟਰੈਕਸ਼ਨ ਨਾ ਹੋਣ ਦੇ ਕਾਰਨ ਕੁਛ ਇਹਦੇ ਹਲਕੇ ਫੁਲਕੇ ਡਰਾਬੈਕਸ ਵੀ ਨੇ। ਬਟ ਡੋਂਟ ਵਰੀ ਵੀ ਤੁਸੀਂ ਇਸ ਚੀਜ਼ ਨੂੰ ਧਿਆਨ ਦੇ ਨਾਲ ਸੁਣੋ ਤਾਂ ਉਸ ਚੀਜ਼ ਨੂੰ ਬੜੇ ਅੰਡਰਸਟੈਂਡ ਕੀਤਾ ਜਾ ਸਕਦਾ ਹੈ ਜੀ। ਹਾਂਜੀ ਹੁਣ ਆਪਾਂ ਗੱਲ ਕਰਾਂਗੇ ਕਾਲਜ ਐਡਮਿਸ਼ਨ ਜਾਂ स्टडी दी। ठीक है जी, नोट कर लो जी CAT पेपर विच क्वेश्चन पूछा जा सकता है कि CAT दी फुल फॉर्म की है। सिमरन 1968 नॉट 1964 1968 ਜਿਹੜੀ फस्ट पॉलिसी है 1968 ਦੀ है। ठीक है जी, ਤਾਂ ਮੈਂ ਤੁਹਾਨੂੰ ਦੱਸ ਵੀ ਦੇਣਾ 1968 ਦੇ ਟਾਈਮ ਇੰਦਰਾ ਗਾਂਧੀ ਦੇ ਟਾਈਮ, ਹਾਂ ਪਲੀਜ਼ ਨੋਟ ਕਰ ਲਓ 1986 ਦੇ ਵਿੱਚ ਰਾਜੀਵ ਗਾਂਧੀ ਦੇ ਟਾਈਮ। ਠੀਕ ਹੈ, ਇਹ ਤੁਸੀਂ ਨੋਟ ਕਰ ਲਓ 1968 इंदिरा गांधी के टाइम, 1986 राजीव गांधी का टाइम ते 2020 नरेंद्र मोदी जी के टाइम। ठीक है जी, ये चीज़ां आपां नूं डिस्कस हो रही हैं। उस बाद CAT नूं मैं डिस्कस करन जा रहा सी। हाँ जी, CAT ਨੂੰ फुल फॉर्म ਨੂੰ ਆਪਾਂ डिस्क्राइब करिए, मैं नाल दी नाल कमेंट्स ਦਾ रिप्लाई कर रहे हैं, डोंट वरी ਜਿਹੜਾ अगर नहीं होएगा मैं दस ਦਿਆਂਗਾ बाद ਵਿੱਚੋਂ भी। CAT लुक नोट करो जी, कॉमन एप्टीट्यूड टेस्ट। राइट डाउन इंग्लिश पंजाबी वाले कहणगे सर ਉਹਨਾਂ ਨੂੰ ਆਪਾਂ ਕਿਵੇਂ फुल फॉर्म ਨੂੰ इंग्लिश ਵਿੱਚ ਹੀ नोट कर लो। कॉमन
ਐਪਟੀਟਿਊਡ ਟੈਸਟ CAT। ਕਾਮਨ ਐਪਟੀਟਿਊਡ ਟੈਸਟ ਦੇ ਬੇਸ ਤੇ ਤੁਹਾਡੀ ਐਡਮਿਸ਼ਨ ਕਾਲਜ ਦੇ ਵਿੱਚ ਹੋਏਗੀ। ਮੈਂ ਹੁਣੇ ਤੁਹਾਨੂੰ ਦੱਸ ਗਿਆ ਸੀ ਕਿ ਟੋਟਲ ਆਪਣੇ 8 ਸਮੈਸਟਰ ਹੋਣਗੇ। 8 ਸਮੈਸਟਰ ਦੇ ਵਿੱਚ ਆਪਾਂ ਜੋ ਵੀ ਗੇਨ ਕਰਾਂਗੇ, ਆਪਣੀ ਜੋ ਵੀ ਗ੍ਰੇਡਿੰਗ ਹੋਏਗੀ, ਜੋ ਵੀ ਆਊਟਪੁੱਟ ਨਿਕਲੇਗੀ, ਜੋ ਵੀ ਮਾਰਕਸ ਆਣਗੇ, ਉਸ ਦੇ ਬਿਹਾਵ ਤੇ ਇੱਕ ਆਪਣਾ CAT ਟੈਸਟ ਹੋਏਗਾ। CAT ਦੇ ਟੈਸਟ ਦੇ ਜਿਹੜੇ ਮਾਰਕਸ ਆਣਗੇ प्लस 9 to 12 ਦਾ ਜਿਹੜਾ ਤੁਹਾਡਾ ਗ੍ਰੇਡਿੰਗ ਬਣੇਗਾ, ਦੋਨਾਂ ਨੂੰ ਕੰਬਾਈਨ ਕਰਕੇ ਤੁਹਾਡੀ ਐਡਮਿਸ਼ਨ ਅਕੋਰਡਿੰਗ ਟੂ ਯੂਅਰ ਕੋਰਸ, ਜਿਸ ਕੋਰਸ ਵਿੱਚ ਤੁਸੀਂ ਲੈਣਾ ਚਾਹੋਗੇ ਉਸ ਕੋਰਸ ਵਿੱਚ ਐਡਮਿਸ਼ਨ ਹੋਏਗੀ। ਠੀਕ ਹੈ। ਸੁਖਿੰਦਰ ਜੀ ਵੈਲਕਮ ਜੀ, ਕੰਬੋਜ ਰੁਪਿੰਦਰ ਜੀ ਵੈਲਕਮ। ਥੈਂਕ ਯੂ ਕਰਨਾ ਛੱਡ ਦੋ ਤੁਸੀਂ, ਕੋਈ ਗੱਲ ਨਹੀਂ ਜੀ। ਇਹ ਆਪਾਂ ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਨਿਭਾ ਰਹੇ ਹਾਂ ਇੱਕ ਦੂਜੇ ਦੀਆਂ, ਤਾਂ ਡੋਂਟ ਵਰੀ, ਇਹ ਆਪਣੀ ਚੀਜ਼ਾਂ ਨੂੰ ਅੱਗੇ ਜਾ ਕੇ ਹੋਰ ਫਾਰਵਰਡ ਕਰੇਗਾ। ਵੈਸੇ 1-3 ਵਰਡਸ ਹੁੰਦੇ ਨੇ, ਪਲੀਜ਼, ਸੌਰੀ ਐਂਡ ਥੈਂਕ ਯੂ, ਇਹ ਸ਼ਬਦ ਆਪਾਂ ਨੂੰ ਸਿਖਾਏ ਜਾਂਦੇ ਨੇ, ਪਰ ਇਹਨਾਂ ਦਾ ਵਰਤੋਂ ਬਹੁਤ ਜ਼ਿਆਦਾ ਕਰਨੀ ਵੀ ਠੀਕ ਨਹੀਂ ਹੁੰਦੀ। ਠੀਕ ਹੈ। ਸੋ ਆਪਾਂ ਕੰਟੈਂਟ ਵੱਲ ਚੱਲਦੇ ਹਾਂ। ਹਲਕਾ ਫੁਲਕਾ ਅਗਰ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਤਾਂ ਥੋੜ੍ਹਾ ਬਹੁਤ ਆਪਾਂ ਨੂੰ ਅਕੋਰਡਿੰਗ ਟੂ ਸਾਈਕੋਲੋਜਿਸਟ ਆਫਟਰ 5 ਮਿੰਟ ਅਗਰ ਆਪਾਂ ਆਪਦੇ ਕੰਮ ਵਿੱਚ ਹਲਕੀ ਫੁਲਕੀ, ਉਹ ਕਹਿੰਦੇ ਨਾ ਵੀ ਥੋੜ੍ਹੀ ਜਿਹੀ ਆਪਾਂ ਨਜ਼ਾਕਤ ਜੀ ਕਰ ਲੈਂਦੇ ਹਾਂ, ਜਿਵੇਂ ਕਿ ਅਸੀਂ ਥੋੜ੍ਹਾ ਜਿਹਾ ਆਪਣੀ ਬੋਡੀ ਨੂੰ ਬੈਂਡ ਕਰ ਲਿਆ, ਜਾਂ ਅਸੀਂ ਲਿਖਦੇ ਲਿਖਦੇ ਥੋੜ੍ਹਾ ਜਿਹਾ ਬੈਂਡ ਹੋ ਗਏ, ਜਾਂ ਪਾਣੀ ਦੀ ਸਿਪ ਲੈ ਲਈ, ਇਹ ਆਪਣੀ ਕੰਸਨਟ੍ਰੇਸ਼ਨ ਨੂੰ ਇਨਕਰੀਜ਼ ਕਰਦਾ। ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਪਾਣੀ ਦੀ ਬੋਟਲ ਆਪਣੇ ਕੋਲ ਜ਼ਰੂਰ ਰੱਖਿਆ ਕਰੋ। ਕੀ ਹੁੰਦਾ ਕਿ 5-10 ਮਿੰਟ ਬਾਅਦ ਥੋੜ੍ਹਾ ਬਹੁਤ ਇੱਕ ਸਿਪ ਲੈਣਾ ਅੱਛਾ ਤੁਹਾਡੀ એનર્ਜੀ ਨੂੰ, ਤੁਹਾਡੇ ਸਟੈਮਿਨਾ ਨੂੰ ਇਨਕਰੀਜ਼ ਕਰਦਾ। ਠੀਕ ਹੈ। ਚਲੋ CAT ਕੀ ਡਿਸਕਸ ਕੀਤਾ ਜਾਵੇ, ਕਾਮਨ ਐਪਟੀਟਿਊਡ ਟੈਸਟ। ਠੀਕ ਹੈ ਜੀ। ਬੜੇ ਹੀ ਧਿਆਨ ਪੂਰਵਕ ਨਾਲ ਜਿਹੜਾ ਕੁਐਸਚਨ ਪੇਪਰ ਵਿੱਚ ਆਉਣ ਵਾਲਾ ਹੈ, 3 ਤੋਂ 4 ਸਾਲ। ਠੀਕ ਹੈ ਜੀ ਪੰਜਾਬੀ ਵਾਲਿਓ, ਸਾਲ, ਈਹਰ। ਠੀਕ ਹੈ ਜੀ, 3 ਤੋਂ 4 ਸਾਲ। ਠੀਕ ਹੈ ਜੀ। ਲੋ ਜੀ, ਹੁਣ ਮੈਂ ਬੜੇ ਅੱਛੇ ਤਰੀਕੇ ਨਾਲ ਤੁਹਾਨੂੰ ਇੱਥੇ ਦਿਖਾ ਰਿਹਾ, 3 ਤੋਂ 4 ਸਾਲ ਦੀ ਟਰਮਸ ਦਿਖਾ ਰਿਹਾ ਹਾਂ, ਧਿਆਨ ਦੇ ਨਾਲ ਨੋਟ ਕਰਿਓ। ਪਹਿਲਾ ਸਾਲ, ਦੂਸਰਾ, ਤੀਸਰਾ ਤੇ ਚੌਥਾ। ਸਰ ਪਹਿਲਾਂ ਤੁਹਾਡੇ ਮਾਈਂਡ ਵਿੱਚ ਕੁਐਸਚਨ ਹੋਏਗਾ ਕਿ ਸਰ ਪਹਿਲਾਂ ਤਾਂ ਗ੍ਰੈਜੂਏਸ਼ਨ 3 ਸਾਲ ਦੀ ਸੀ। ਮੈਂ ਦੱਸਣਾ ਚਾਹਾਂਗਾ ਵੀ ਇਹ ਜਿਹੜੀ ਗ੍ਰੈਜੂਏਸ਼ਨ ਨੂੰ, ਹੁਣ ਗ੍ਰੈਜੂਏਸ਼ਨ ਸ਼ਬਦ ਨਹੀਂ ਵਰਤਿਆ ਜਾ ਰਿਹਾ, ਸ਼ਬਦ ਵਰਤਿਆ ਜਾ ਰਿਹਾ ਹੈ ਕਾਲਜ ਜਾਂ ਆਫਟਰ +2 ਆਪਣੇ ਸਟੱਡੀ। 3 ਤੋਂ 4 ਸਾਲ ਮੈਂ ਤਾਂ ਲਿਖਿਆ ਹੈ, ਜਿਹੜਾ ਬੱਚਾ ਕੈਟ ਦਾ ਟੈਸਟ ਅਕੋਰਡਿੰਗ ਟੂ ਮਾਰਕਸ ਦੇ ਨਾਲ ਕਲੀਅਰ ਕਰਕੇ ਆਪਣੀ ਐਡਮਿਸ਼ਨ ਜੁਆਇਨ ਕਰਦਾ ਹੈ, ਅਗਰ ਉਹ ਉਸ ਤੋਂ ਬਾਅਦ 1 ਸਾਲ ਦੀ ਸਟੱਡੀ ਕਰਦਾ ਹੈ, ਜਸਟ 1 ਈਅਰ, ਤਾਂ ਉਹਨੂੰ ਕੀ ਮਿਲੇਗਾ, ਸਰਟੀਫਿਕੇਟ ਕੋਰਸ। ਠੀਕ ਹੈ। ਇਹ ਸਾਰੀਆਂ ਚੀਜ਼ਾਂ ਨਾ ਮੈਂ ਤੁਹਾਨੂੰ ਇੱਕ ਥੋੜਾ ਜਿਹਾ ਤੁਹਾਡੀ ਨੌਲੇਜ ਵਧਾਉਣਾ ਚਾਹਨਾ। ਜਿਹੜੀ ਨਾ ਇਗਨੂ ਯੂਨੀਵਰਸਿਟੀ ਹੈ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਇਟਸ ਅ ਸੈਂਟਰਲ ਯੂਨੀਵਰਸਿਟੀ। ਇਹ ਸੈਂਟਰਲ ਯੂਨੀਵਰਸਿਟੀਜ਼ ਨੇ, ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀਜ਼ ਹੋ ਗਈ, ਡਾਕਟਰ BR ਅੰਬੇਦਕਰ ਯੂਨੀਵਰਸਿਟੀ ਹੋ ਗਈ, ਜਾਮੀਆ ਇਸਲਾਮੀਆ ਨਿਊ ਦਿੱਲੀ ਯੂਨੀਵਰਸਿਟੀ ਹੋ ਗਈ। ਧਿਆਨ ਨਾਲ ਗੱਲ ਸੁਣਿਆ ਜੇ, ਆਪਣੀਆਂ ਜਿਹੜੀਆਂ ਹੈਗੀਆਂ ਨੇ ਉਹ ਸਟੇਟ ਯੂਨੀਵਰਸਿਟੀ ਨੇ, ਜਿਵੇਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, GNDU ਯੂਨੀਵਰਸਿਟੀ ਅੰਮ੍ਰਿਤਸਰ, ਦੀਜ਼ ਆਰ ਦਾ ਸਟੇਟ ਯੂਨੀਵਰਸਿਟੀਜ਼। ਹੁਣ ਜਿਹੜੀਆਂ ਚੀਜ਼ਾਂ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਸੈਂਟਰਲ ਯੂਨੀਵਰਸਿਟੀਜ਼ ਕਰ ਰਹੀ ਹੈ ਨਾ, ਉਹ ਸਾਰੀਆਂ ਰਿਕਮੈਂਡੇਸ਼ਨਸ ਆਪਣੀਆਂ ਸਟੇਟ ਗੌਰਮੈਂਟ ਦੇ ਵਿੱਚ ਆ ਰਹੀਆਂ ਨੇ। ਕਿਉਂਕਿ ਸ਼ਾਇਦ ਤੁਸੀਂ ਅੱਜ ਫਸਟ ਤੁਹਾਨੂੰ ਆਪਣੇ ਏਰੀਆਜ਼ ਦੇ ਲੋਕ ਜਿਹੜੇ ਨੇ DECE ਜਾਂ NTT ਫਰੋਮ ਇਗਨੂ ਦੇ ਨਾਲ ਫਸਟ ਟਾਈਮ ਜੁੜੇ ਨੇ। ਮੈਂ ਇਗਨੂ ਯੂਨੀਵਰਸਿਟੀ ਦੇ ਨਾਲ ਪਿਛਲੇ 8 ਸਾਲਾਂ ਤੋਂ ਜੁੜਿਆ ਹੋਇਆ। ਮੀਨਸ ਉਹਦੇ ਵਿੱਚੋਂ ਮੈਂ 3 ਮਾਸਟਰ ਡਿਗਰੀਜ਼ ਕੀਤੀਆਂ ਨੇ, ਤਾਂ ਮੈਨੂੰ ਇਹਦੇ ਬਾਰੇ ਬਹੁਤ ਕੁਝ ਪਤਾ। ਇਟਸ ਅ ਵੈਰੀ ਆਥੈਂਟਿਕ ਯੂਨੀਵਰਸਿਟੀ, ਆਲ ਓਵਰ ਵਰਲਡ ਇਜ਼ ਵੈਲਿਡ, ਆਲ ਓਵਰ ਵਰਲਡ ਵਿੱਚ ਵੈਲਿਡ ਹੈ।
ਸੋ ਇਹਦੇ ਵਿੱਚ ਤੁਸੀਂ ਆਪਣਾ ਇਹਦਾ ਪ੍ਰੋਸਪੈਕਟਸ ਤੁਸੀਂ ਡਾਊਨਲੋਡ ਕਰੋ। ਅਨਲਿਮਿਟਿਡ ਇਹਦੇ ਵਿੱਚ ਕੋਰਸਿਸ ਨੇ। ਹੁਣ ਉਹੀ ਚੀਜ਼ਾਂ ਸਟੇਟ ਯੂਨੀਵਰਸਿਟੀਜ਼ ਆਪਣੇ ਵਿੱਚ ਇਨਕਲੂਡ ਕਰ ਰਹੀ ਹੈ ਤੇ ਸਟੇਟ ਗਵਰਨਮੈਂਟ ਉਹਦੇ ਵਿੱਚ ਹੀ ਆਪਣੇ ਕੋਰਸਿਸ ਨੂੰ ਬਣਾ ਰਹੀ ਹੈ। ਹੁਣ ਆਪਾਂ ਗੱਲ ਕਰ ਰਹੇ ਸੀ, ਅਗਰ ਆਪਾਂ 1 ਸਾਲ ਸਟੱਡੀ ਕਰਾਂਗੇ ਤਾਂ ਆਪਾਂ ਨੂੰ ਕੀ ਮਿਲੇਗਾ? ਸਰਟੀਫਿਕੇਟ ਕੋਰਸ। ਅਗਰ ਆਪਾਂ 2 ਸਾਲ ਦੀ ਸਟੱਡੀ ਕਰਾਂਗੇ ਤਾਂ ਆਪਾਂ ਨੂੰ ਕੀ ਮਿਲੇਗਾ? ਡਿਪਲੋਮਾ। ਠੀਕ ਹੈ ਜੀ, ਆਪਾਂ ਨੂੰ 2 ਸਾਲ ਦਾ ਡਿਪਲੋਮਾ ਦਾ ਸਰਟੀਫਿਕੇਟ ਦਿੱਤਾ ਜਾਏਗਾ। ਅਗਰ ਆਪਾਂ 3 ਸਾਲ ਦੀ ਸਟੱਡੀ ਕਰਾਂਗੇ ਤਾਂ ਆਪਾਂ ਨੂੰ ਕੀ ਮਿਲੇਗੀ? ਡਿਗਰੀ। ਜਿਹੜੀ ਕਿ ਆਪਾਂ ਹੁਣ ਪਿੱਛੇ ਗ੍ਰੈਜੂਏਸ਼ਨ, ਮੰਨ ਲਓ ਤੁਸੀਂ ਵਿੱਚੋਂ ਕੋਈ ਸਟੂਡੈਂਟ ਹੋਗੇ ਤਾਂ ਆਪਾਂ ਗ੍ਰੈਜੂਏਸ਼ਨ ਕਰਦੇ ਹਾਂ ਤਾਂ ਆਪਾਂ ਦੇਖਦੇ ਨਾ ਵੀ ਗ੍ਰੈਜੂਏਸ਼ਨ ਤੋਂ ਬਾਅਦ ਆਪਾਂ ਨੂੰ ਡਿਗਰੀ ਮਿਲਦੀ ਹੈ। ਸੋ ਐਜ਼ ਇਟ ਇਜ਼ ਡਿਗਰੀ। ਇੱਕ ਮੇਨ ਜਿਹੜਾ ਚੀਜ਼ ਐਡ ਹੋਈ ਹੈ ਦੈਟ ਇਜ਼ 4th ਵਨ, ਜਿਹਨੂੰ ਅਸੀਂ ਕਿਹਾ ਹੈ ਅਗਰ ਜਿਹੜਾ ਬੱਚਾ +2 ਤੋਂ ਬਾਅਦ 4 ਸਾਲ ਦੀ ਸਟੱਡੀ ਕਰਦਾ ਹੈ ਤਾਂ ਉਹਦੀ ਰਿਸਰਚ ਪਲੱਸ ਡਿਗਰੀ ਮੀਨਸ ਟੂ ਚੌਥੇ ਸਾਲ ਦੇ ਵਿੱਚ ਬੱਚੇ ਨੂੰ ਇੰਨਾ ਉਹ ਸਕਿਲਡ ਬਣਾ ਦਿੱਤਾ ਜਾਏਗਾ ਕਿ ਉਹਨੂੰ ਕਿਸੇ ਟੌਪਿਕ ਤੇ ਅਕੋਰਡਿੰਗ ਟੂ ਕੰਟੈਂਟ, ਅਕੋਰਡਿੰਗ ਟੂ ਸਬਜੈਕਟ, ਜਿਹੜੀ ਸਟੱਡੀ ਬੱਚੇ ਨੇ 3 ਸਾਲਾਂ ਦੇ ਵਿੱਚ ਕੀਤੀ ਹੈ ਉਹ ਵਾਲੀ ਸਟੱਡੀ ਬੱਚਾ ਉਹਦੇ ਵਿੱਚ ਰਿਸਰਚ ਕਰੇਗਾ। ਸੋ ਉਹਨੂੰ 4th ਈਅਰ ਦੇ ਵਿੱਚ ਕੀ ਮਿਲੇਗਾ? ਰਿਸਰਚ ਪਲੱਸ ਡਿਗਰੀ। ਠੀਕ ਹੈ। ਸੋ ਸਟੂਡੈਂਟਸ, ਮੈਨੂੰ ਲੱਗ ਰਿਹਾ ਕਿ ਆਪਾਂ ਨੂੰ ਲਗਭਗ ਸਵਾ ਘੰਟਾ ਹੋ ਚੁੱਕਿਆ, ਤਾਂ ਤੁਹਾਨੂੰ ਸਮਝ ਲੱਗ ਗਈ ਹੋਏਗੀ। ਤਾਂ ਇਹਨੂੰ ਮੈਂ ਥੋੜ੍ਹਾ ਜਿਹਾ ਰੈਪੀਟੇਸ਼ਨ ਮੋਡ ਜੇ ਤੁਸੀਂ ਕਹਿੰਦੇ ਹੋ ਤਾਂ, ਕਿਉਂਕਿ ਇਹ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ ਦਾ ਟੌਪਿਕ ਹਾਲੇ ख़त्म ਨਹੀਂ ਹੋਇਆ, ਵੀ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਇਹਨੂੰ 1 ਦਿਨ ਦੇ ਵਿੱਚ ख़त्म ਕਰਾਂ, ਬਟ ਇਹ ਪੋਸੀਬਲ ਨਹੀਂ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਕੰਟੈਂਟ ਹੈ ਇਟਸ ਵੈਰੀ ਇੰਪੋਰਟੈਂਟ। ਕਿਸੇ ਚੀਜ਼ ਨੂੰ ਮੈਂ ਛੋੜਨਾ ਨਹੀਂ ਚਾਹੁੰਦਾ ਕਿਉਂਕਿ ਹਾਲੇ ਇਹਦੀਆਂ ਰਿਕਮੈਂਡੇਸ਼ਨਸ ਪਈਆਂ ਨੇ ਕਿਹਦੇ ਵੱਲੋਂ, ਮਤਲਬ ਕਿ ਇਹ ਪਾਲਿਸੀਜ਼ ਤਿਆਰ ਹੋਈਆਂ ਕਿਹੜੀ ਸਮਿਤੀ ਵੱਲੋਂ ਹੋਈਆਂ, ਉਹਨਾਂ ਦੇ ਸਾਰੇ ਨਾਮ, ਉਹਨਾਂ ਵਿੱਚ HRD ਨੇ ਕਿਹੜਾ, MHRD ਨੇ ਕਿਹੜਾ ਨਾਮ ਬਣਾਇਆ, ਉਹ ਵੀ ਮੈਂ ਕੱਲ ਤੁਹਾਡੇ ਨਾਲ ਡਿਸਕਸ ਕਰਾਂਗਾ। ਸੋ ਇਹਦੇ ਨਾਲ ਜਿਹੜੇ ਰਿਲੇਟਿਡ ਕੁਐਸਚਨ ਸੀ ਮੈਂ ਤੁਹਾਨੂੰ ਥੋੜਾ ਜਿਹਾ ਰੈਪੀਟੇਸ਼ਨ ਮੋਡ ਦੇ ਵਿੱਚ ਇੱਕ ਵਾਰੀ ਲੈ ਕੇ ਜਾਣਾ ਚਾਹਨਾ। ਫਸਟ ਸਲਾਈਡ ਮੈਂ ਓਪਨ ਕੀਤੀ ਹੈ। ਸੋ ਪਲੀਜ਼ ਮੈਂ ਰੈਪੀਟੇਸ਼ਨ ਮੋਡ ਦੇ ਰਿਹਾ ਜਸਟ ਫॉर 5 ਮਿੰਟਸ। ਐਜੂਕੇਸ਼ਨ ਵਰਡ ਫਰੋਮ ਦ ਲੈਟਿਨ ਲੈਂਗੁਏਜ, the educare, eduseer, educatum and educo. The meaning of educare it is called the to bring up. The meaning of eduseer is called the to draw out, मतलब कि किसी चीज़ ਨੂੰ ਬਾਹਰ ਨਿਕਾਲਣਾ। educatum ਦਾ ਮਤਲਬ ਹੈ ਜੀ ਪੜ੍ਹਨ ਅਤੇ ਪੜ੍ਹਾਉਣ ਦੀ ਪ੍ਰਕਿਰਿਆ। ਇੰਗਲਿਸ਼ ਵਾਲਿਆਂ ਨੂੰ ਮੈਂ ਥੋੜਾ ਜਿਹਾ ਬੱਚੇ ਪੰਜਾਬੀ ਵਾਲਿਆਂ ਨੂੰ ਦੱਸਣਾ ਚਾਹਣਾ ਸੀ। ਪੜ੍ਹਨ ਅਤੇ ਪੜ੍ਹਾਉਣ ਦੀ ਪ੍ਰਕਿਰਿਆ। ਈਡੀਊਕੋ ਨੂੰ ਆਪਾਂ ਡਿਸਕ੍ਰਾਈਬ ਕੀਤਾ ਹੈ ਇੰਟਰਨਲ ਹੁੰਦਾ ਜੀ ਅੰਦਰੂਨੀ। ਜਦੋਂ ਅਸੀਂ ਆਪਣੀ ਅੰਦਰੂਨੀ ਚੀਜ਼ਾਂ ਨੂੰ ਬਾਹਰ ਨਿਕਾਲਦੇ ਹਾਂ, ਅੰਦਰੂਨੀ ਤਾਕਤਾਂ, ਅੰਦਰੂਨੀ ਕੈਪੇਬਿਲਿਟੀਜ਼, ਇੰਟਰਸਟ ਨੂੰ ਬਾਹਰ ਨਿਕਾਲਦੇ, ਇਟਸ ਕਾਲਡ ਈਡੀਊਕੋ। ਐਜੂਕੇਸ਼ਨ ਪ੍ਰੋਸੈਸ 2 ਤਰ੍ਹਾਂ ਦੇ ਨੇ, ਬਾਈਪੋਲਰ, ਟ੍ਰਾਈਪੋਲਰ। ਬਾਈਪੋਲਰ ਵਿੱਚ 2 ਚੀਜ਼ਾਂ ਨੇ, ਟੀਚਰ ਤੇ ਸਟੂਡੈਂਟ, ਮਤਲਬ ਕਿ ਅਧਿਆਪਕ ਤੇ ਵਿਦਿਆਰਥੀ। ਰੋਸ ਤੇ ਐਡਮਸ ਦਾ ਨਾਮ ਆਏਗਾ ਜਦੋਂ ਵੀ ਬਾਈਪੋਲਰ ਦਾ ਨਾਮ ਆਏਗਾ। ਸਰ ਇਹਨਾਂ ਨੂੰ ਯਾਦ ਕਿਵੇਂ ਰੱਖੀਏ? ਘਰ ਦੇ ਵਿੱਚ ਕਿਸੇ ਦੇ ਵੀ ਨਾਮ ਰੱਖ ਦਿਓ ਰੋਸ, ਐਡਮਸ, ਤਾਂ ਰੋਜ਼ ਉਹਨੂੰ ਰੈਪੀਟੇਸ਼ਨ ਮੋਡ ਵਿੱਚ ਲਿਆਓ ਤਾਂ ਉਹ ਬਾਈਪੋਲਰਸ ਨੂੰ ਯਾਦ ਰੱਖਿਆ ਜਾ ਸਕਦਾ ਹੈ। ਇਟਸ ਅ ਟੈਕਨੀਕ। ਟ੍ਰਾਈਪੋਲਰ 3 ਧਰੁਵੀ, ਜਿਹਦੇ ਵਿੱਚ ਅਸੀਂ ਸਟੂਡੈਂਟ, ਟੀਚਰ ਤੇ ਕਰਿਕੂਲਮ ਦੀ ਗੱਲ ਕਰਦੇ ਹਾਂ। ਕਰਿਕੂਲਮ ਨੂੰ ਪੰਜਾਬੀ ਵਿੱਚ ਪਾਠਕ੍ਰਮ ਕਿਹਾ ਜਾਂਦਾ ਹੈ। ਪੇਪਰ ਵਿੱਚ ਕੁਐਸਚਨ ਆ ਸਕਦਾ ਹੈ ਵੀ ਤੀਸਰਾ ਕੰਟੈਂਟ ਕਿਹੜਾ ਹੈ, ਇਟਸ ਕਾਲਡ ਕਰਿਕੂਲਮ, ਪਾਠਕ੍ਰਮ। ਦਾ ਆਨਸਰ ਇਜ਼, ਇਹਦੇ ਨਾਲ ਡੀਲ ਕਿਹਨੇ ਕੀਤਾ ਸੀ? ਜੌਨ ਡੈਵੀ ਨੇ। ਠੀਕ ਹੈ ਜੀ, ਜੌਨ ਡੈਵੀ। ਪੈਡਾਗੋਜੀ ਦਾ ਜਿਹੜੀ ਥੋੜੇ ਸਪੈਲਿੰਗ ਮਿਸਟੇਕ ਸੀ ਮੈਂ ਤੁਹਾਨੂੰ ਦੱਸਤਾ ਸੀ, ਪੈਡਾਗੋਜੀ। ਠੀਕ ਹੈ। ਸੋ ਕਿਹੜੀ ਲੈਂਗੁਏਜ ਤੋਂ ਨਿਕਲਿਆ ਹੈ? ਗ੍ਰੀਕ। ਇਟਸ ਫਰੋਮ ਦਾ ਗ੍ਰੀਕ ਲੈਂਗੁਏਜ, ਗ੍ਰੀਕ ਭਾਸ਼ਾ ਤੋਂ ਨਿਕਲਿਆ ਹੈ ਪੈਡੀਓਸ ਤੇ ਅਗੋ। ਪੈਡੀਓਸ ਸ਼ਬਦ ਹੈ ਦਾ ਚਾਈਲਡ, ਅਗੋ ਦਾ ਹੈ ਜੀ ਟੂ ਲੀਡ, ਮਤਲਬ ਕਿ ਬੱਚੇ ਨੂੰ ਜਦੋਂ ਅਸੀਂ ਅੱਗੇ ਵਧਾਉਂਦੇ ਹਾਂ ਤਾਂ ਉਹ ਜਿਹੜਾ ਪੈਡਾਗੋਜੀ ਦਾ ਅਰਥ ਬਣ ਜਾਂਦਾ ਹੈ, ਪੁੱਛਿਆ ਜਾ ਸਕਦਾ ਹੈ। PS ਟੈਟ ਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀ। ਨਿਊ ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ 2020, ਇਹ 2 ਚੀਜ਼ਾਂ ਨੂੰ ਮੈਂ ਤਾਂ ਤੁਹਾਡੇ ਸਾਹਮਣੇ ਰੱਖਿਆ ਹੈ। ਇਹ ਸਲਾਈਡ ਤੁਸੀਂ ਆਪਦੇ ਨੋਟਬੁੱਕ ਤੇ ਵੀ ਬਣਾ ਸਕਦੇ ਹੋ। ਇਸ ਤਰ੍ਹਾਂ ਤੁਹਾਨੂੰ ਵੈਸੇ ਚੀਜ਼ਾਂ ਜਿਹੜੀਆਂ ਤੁਹਾਨੂੰ ਨੇ ਨੈਟ ਤੋਂ ਵੀ ਤੁਸੀਂ ਅਵੇਲੇਬਲ ਹੋ ਸਕਦੀਆਂ ਨੇ, ਬਟ ਤੁਹਾਨੂੰ ਅਸੀਂ ਜੋ ਵੀ ਹੈ ਮਟੀਰੀਅਲ ਆਪਣੇ
हाँ ऑनलाइन सैशन के दौरान भी तुहानूं सारा कुछ देवांगे, तो रिकॉर्डिड भी होएगा, सारा कुछ इनकलूड होएगा। न्यू पॉलिसी एजुकेशन ਦੇ ਵਿੱਚ ਪਹਿਲਾਂ ਜਿਹੜੀ ਪਾਲਿਸੀ ਸੀ ਉਹ ਆਪਣੀ 1968, ਠੀਕ ਹੈ ਜੀ। 1968 ਦੇ ਵਿੱਚ ਜਿਹੜੀ ਸੀ, ਇੱਕ ਮਿੰਟ ਜੀ, ਜਿਹਨੂੰ 1968 ਦੇ ਵਿੱਚ ਨੈਸ਼ਨਲ ਪਾਲਿਸੀ ਔਨ ਐਜੂਕੇਸ਼ਨ, ਠੀਕ ਹੈ ਜੀ, ਵਿਚ ਇਜ਼ ਕਾਲਡ ਦਾ, ਠੀਕ ਹੈ। ਨੈਕਸਟ ਉਸ ਤੋਂ ਬਾਅਦ 1986 ਇੱਥੇ ਬਾਈ ਮਿਸਟੇਕਸ ਹੋ ਗਿਆ, ਥੋੜੀ ਜਿਹੀ ਮਿਸਟੇਕ ਸੀ, 1986 ਕਰ ਲਿਆ। ਇਸ ਚੀਜ਼ ਨੂੰ ਅਮੈਂਡਮੈਂਟ ਕੀਤੀ ਸੀ 1992 ਦੇ ਵਿੱਚ ਯਸ਼ਪਾਲ ਕਮੇਟੀ ਦੇ ਨਾਲ। 10+2 ਤਾਂ ਲਿਖਿਆ ਕਿ ਪਹਿਲਾਂ ਆਪਾਂ 10 ਤੱਕ ਪੜ੍ਹਦੇ ਹਾਂ, ਉਸ ਤੋਂ ਬਾਅਦ 12 ਤੱਕ ਜਿਹੜੇ ਆਪਣੇ ਸਟਰੀਮਸ ਬਣ ਜਾਂਦੇ ਨੇ, 3 ਸਟਰੀਮ। ਨਿਊ ਪਾਲਿਸੀ ਆਫ ਐਜੂਕੇਸ਼ਨ ਦੇ ਵਿੱਚ ਆਪਾਂ 5+3+3 53 34 ਦਾ ਕੋਡ ਯਾਦ ਰੱਖਿਓ। ਫਾਊਂਡੇਸ਼ਨ ਇਹਦਾ ਵੀ ਤੁਸੀਂ ਕੋਡ ਬਣਾ ਸਕਦੇ ਹੋ ਵੀ, ਜੇਕਰ ਤੁਸੀਂ ਇਹਨੂੰ ਥੋੜਾ ਜਿਹਾ ਕੋਡਿੰਗ ਦੇ ਸਕਦੇ ਹੋ। FPME ਫਾਊਂਡੇਸ਼ਨ, ਪ੍ਰੀਪਰੇਟਰੀ, ਮਿਡਲ ਐਂਡ ਸੌਰੀ ਲਾਸਟ ਤੇ S ਸੈਕੰਡਰੀ, ਠੀਕ ਹੈ ਜੀ। ਇਹ ਚਾਰ ਚੀਜ਼ਾਂ ਨੂੰ ਤੁਸੀਂ ਡੀਲ ਕਰ ਸਕਦੇ ਹੋ। 5 3 3 4 5 ਸਾਲਾਂ ਨੂੰ 3 2 ਚ ਵੰਡਿਆ ਹੈ, ਫਿਰ ਨੈਕਸਟ 3 ਸਾਲ, ਨੈਕਸਟ 3 ਸਾਲ, ਨੈਕਸਟ 4 ਸਾਲ, ਠੀਕ ਹੈ। ਇਗਨੂ ਯੂਨੀਵਰਸਿਟੀ ਦੀ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਇਗਨੂ ਯੂਨੀਵਰਸਿਟੀ ਨੇ ਹੀ ਇਹ ਜਿਹੜੀਆਂ ਤੁਹਾਡੀ ਜੌਬਸ ਨੇ, ਇਗਨੂ ਯੂਨੀਵਰਸਿਟੀ ਦੀ ਵੈਲਿਡ ਡਿਪਲੋਮਾ ਇਨ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਦੇ ਡਿਪਲੋਮੇ ਦੇ ਨਾਲ ਚੱਲ ਰਹੀ ਹੈ। ਸੋ ਪਲੀਜ਼ ਇਸ ਚੀਜ਼ ਨੂੰ ਧਿਆਨ ਰੱਖਿਓ ਕਿ ਇਗਨੂ ਯੂਨੀਵਰਸਿਟੀ 1985 ठीक है जी, डिप्लोमा इन अर्ली चाइल्डहुड केयर एंड एजुकेशन। मैं ਤੁਹਾਨੂੰ ਦੱਸਣਾ ਚਾਹ ਰਿਹਾ ਸੀ DECE, ਇੱਕ ਬੱਚੇ ਨੇ ਵਿੱਚ ਆਈ ਥਿੰਕ ਨੋਟ ਕੀਤਾ ਸੀ, ਸੋ ਮੈਂ ਉਹਨੂੰ ਸ਼ਾਇਦ ਡਿਨਾਈ ਕਰਤਾ ਸੀ। ਪਲੀਜ਼ ਇਸ ਨੂੰ ਮੈਂ ਰਿਪੀਟ ਕਰ ਰਿਹਾ, DECE, the answer is diploma in early childhood care and education, it's the full form, ठीक है। सो प्लीज ਉਹਨੂੰ ਥੋੜਾ ਜਿਹਾ ਰਿਪੀਟ ਕਰ ਰਿਹਾ, ਐਡਿਟ ਕਰ ਲੈਣਾ। DECE ਦੀ ਫੁੱਲ ਫਾਰਮ ਡਿਪਲੋਮਾ ਇਨ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ, ਠੀਕ ਹੈ ਜੀ। ਫਸਟ ਜਿਹੜੀ ਓਪਨ ਯੂਨੀਵਰਸਿਟੀ ਬਣੀ ਸੀ ਆਪਣੇ ਇੰਡੀਆ ਦੇ ਵਿੱਚ 1982, डॉक्टर BR अंबेडकर यूनिवर्सिटी, ठीक है जी। उस बाद 5 साल 3 साल 3 साल 4 साल ਨੂੰ ਆਪਾਂ ਡਿਸਕਸ ਕੀਤਾ। ਫਿਰ ਆਪਾਂ ਇਹ ਸਟੱਡੀ ਕਰਨ ਤੋਂ ਬਾਅਦ ਆਪਾਂ ਕਾਲਜ ਦੇ ਵਿੱਚ ਆ ਗਏ। ਕਾਲਜ ਦੇ ਵਿੱਚ ਹੁਣ ਆਪਾਂ ਜਿਹੜੀ ਸਟੱਡੀ ਕਰਾਂਗੇ, ਉਹ ਧਿਆਨ ਰੱਖਿਓ, ਜਿਹੜੀ ਸੈਕੰਡਰੀ ਐਜੂਕੇਸ਼ਨ ਦੇ ਵਿੱਚ ਸਟੱਡੀ ਸੀ ਉਹ ਸਟਰੀਮਸ ਨਹੀਂ ਹੋਣਗੇ, ਇਹਦੇ ਵਿੱਚ ਸਟਰੀਮਸ ਨਹੀਂ ਹੋਣਗੇ, ਇਹਦੇ ਵਿੱਚ ਕੀ ਹੋਣਗੇ, ਪੂਲ। ਬਹੁਤ ਸਾਰੇ ਸਬਜੈਕਟ ਦੇ ਅਲੱਗ-ਅਲੱਗ ਪੂਲ ਬਣੇ ਹੋਣਗੇ, ਬੱਚਾ ਕੋਈ ਵੀ ਸਬਜੈਕਟ ਦਾ ਪੂਲ ਲੈ ਸਕਦਾ ਅਕੋਰਡਿੰਗ ਟੂ ਸਕਿੱਲ। ਜਿਹੜੀਆਂ ਸਕਿੱਲਸ ਉਹਦੇ ਕੋਲ ਹੋਣਗੀਆਂ ਉਹਦੇ ਅਕੋਰਡਿੰਗਲੀ ਉਹ ਪੂਲ ਲੈ ਲਏਗਾ। ਉਹਦੇ ਵਿੱਚ ਸਾਇੰਸ ਸਬਜੈਕਟਸ ਵੀ ਹੋਣਗੇ, ਮੈਥਸ ਵੀ ਹੋਏਗਾ, ਆਰਟਸ ਵੀ ਹੋਏਗਾ। ਵੀ ਕਹਿਣ ਤੋਂ ਭਾਵ ਹੈ ਵੀ ਹੁਣ ਬੱਚਾ ਇਸ ਤਰ੍ਹਾਂ ਦੇ ਸਬਜੈਕਟਸ ਪੜ੍ਹੇਗਾ ਜਿਹੜਾ ਕਿ ਅੱਗੇ ਸਾਰੀ ਜੌਬਸ ਦੇ ਲਈ ਐਲੀਜੀਬਲ ਹੋਏਗਾ। ਅੱਗੇ ਹੁੰਦਾ ਨਾ ਵੀ ਮੈਡੀਕਲ ਵਾਲਾ ਬੱਚਾ ਹੀ ਟੈਸਟ ਦੇ ਸਕਦਾ ਹੈ, ਆਰਟਸ ਵਾਲਾ ਬੱਚਾ ਟੈਸਟ ਦੇ ਸਕਦਾ ਹੈ, ਨੋਨ ਮੈਡੀਕਲ ਵਾਲਾ ਦੇ ਸਕਦਾ ਹੈ, ਉਹ ਚੀਜ਼ਾਂ ਹੁਣ ਨਹੀਂ ਹੋਣਗੀਆਂ, ਠੀਕ ਹੈ। ਉਹ ਚੀਜ਼ਾਂ ਨੂੰ ਡਿਸਕਸ ਇੰਪਰੂਵ ਕਰ ਦਿੱਤਾ ਗਿਆ ਤੇ ਉਸ ਦੇ ਬਿਹਾਫ ਤੇ ਹੀ ਜਿਹੜਾ ਕਿ ਕਾਲਜ ਦੀ ਐਡਮਿਸ਼ਨ ਸਟਾਰਟ ਹੋ ਜਾਏਗੀ, ਜਿਹਨੂੰ ਅਸੀਂ CAT ਕਾਮਨ ਐਪਟੀਟਿਊਡ ਟੈਸਟ ਦੇ ਨਾਲ ਅਨਾਉਂਸ ਕਰ ਰਹੇ ਹਾਂ, ਜਿਹਦੇ ਵਿੱਚ 3 ਤੋਂ 4 ਸਾਲ, ਇਹਦੇ ਵਿੱਚ ਤੁਸੀਂ 1 ਸਾਲ ਵੀ ਕਰ ਸਕਦੇ ਹੋ, 2 ਸਾਲ ਵੀ ਕਰ ਸਕਦੇ ਹੋ, 3 ਸਾਲ ਵੀ ਕਰ ਸਕਦੇ ਹੋ, 4 ਸਾਲ ਵੀ ਕਰ ਸਕਦੇ ਹੋ। ਇੱਕ ਗੱਲ ਹੋਰ ਧਿਆਨ ਦਿਓ, ਮੈਂ ਤੁਹਾਨੂੰ ਗੱਲ ਕੀਤੀ ਨਾ ਇਗਨੂ ਦੀਆਂ ਜਿਹੜੀਆਂ ਵੀ ਰਿਕਮੈਂਡੇਸ਼ਨ ਸੀ ਉਹ ਯੂਨੀਵਰਸਿਟੀ ਦੇ ਵਿੱਚ ਜਾਂ ਸਟੇਟ ਦੇ ਵਿੱਚ ਆ ਰਹੀਆਂ ਨੇ। ਇਹਦੇ ਵਿੱਚ ਜਿਹੜੀ ਟਰਮ ਹੈ ਮਲਟੀ ਐਂਟਰੀ ਤੇ ਮਲਟੀ ਐਗਜ਼ਿਟ, ਅਸੀਂ ਜਦੋਂ ਮਰਜ਼ੀ ਇਸ ਕੋਰਸ ਵਿੱਚ ਜੁਆਇਨ ਕਰ ਸਕਦੇ ਹਾਂ, ਜਦੋਂ ਮਰਜ਼ੀ ਕੁਇਟ ਕਰ ਸਕਦੇ ਹਾਂ। ਨੋ ਬਾਊਂਡੇਸ਼ਨਸ। ਮੈਂ ਤੁਹਾਨੂੰ ਪਹਿਲਾਂ ਸ਼ਬਦ ਲਿਖਿਆ ਸੀ ਵੀ ਪਹਿਲਾਂ ਵਾਲੀ ਬਾਊਂਡੇਸ਼ਨਸ ਨਹੀਂ ਹੈਗੀਆਂ ਹੁਣ ਆਪਣੀ ਨਵੀਂ ਪਾਲਿਸੀ ਐਜੂਕੇਸ਼ਨ ਦੇ ਵਿੱਚ। ਅਗਰ 1 ਸਾਲ ਕਰੋਗੇ ਤਾਂ ਸਰਟੀਫਿਕੇਟ ਕੋਰਸ, 2 ਸਾਲ ਕਰੋਗੇ ਤਾਂ ਡਿਪਲੋਮਾ, 3 ਸਾਲ ਦੀ ਸਟੱਡੀ ਕਰੋਗੇ ਤਾਂ ਡਿਗਰੀ। ਤਾਂ ਕੁਐਸਚਨ ਪੇਪਰ ਵਿੱਚ ਕੀ ਆ ਸਕਦਾ ਹੈ, ਰਿਸਰਚ
अगर तुसी 4 साल पूरे करते हो तो तुसी एक एज अ रिसर्चर काउंट होगे तो प्लस तुहानू डिग्री मिलेगी। ठीक है, सो मेरे ख्याल नाल अज दे लई इन्ना ही। सो थैंक यू। हुण मैं करांगा CAT की रिपीट कर दो सर। CAT दी फुल फॉर्म कॉमन एप्टीट्यूड टेस्ट। ठीक है सोनम, कॉमन एप्टीट्यूड टेस्ट रिपीट फुल फॉर्म हो गई है जी, कॉमन एप्टीट्यूड टेस्ट। ठीक है, सो प्लीज़ तुसी ये चीज़ां नू बड़े अच्छे तरीके नाल सो इस तरीके नाल तुसी ध्यान दे नाल नोट जरूर करो। मैं बार बार कह रहा तुहानू इहदा मटीरियल भी मिलेगा, ऑथेंटिक मटीरियल बड़े अच्छे तरीके नाल, मॉक टेस्ट भी होणगे, रिवीजन दा देखो मैं तुहानू कही जावां रिवीजन करवा दी जाएगी। वी हैव जस्ट 20 to 25 days। वेयर इज द टाइम? मेरे ख्याल नाल टाइम नहीं होएगा। सो जो हुण कर रहे हो दैट इज द फाइनल। सो नोटबुक ते पेन आपदे कोल रखो। तो मैं एक छोटी तुहानू सुजैशन देवांगा, जदों भी लैक्चर खत्म होवे तो प्लीज़ उस काम नू जस्ट गिव द जस्ट 10 मिनट्स आपदियां सेंसिस नाल जो तुसीं लिखिआ ਉਹਨੂੰ 10 मिनट ਲਈ रिवाइज कर लो। इन्ना ही बहुत है। जो आप नैक्सट डे डिस्कस करांगे मैं तुहानू मतलब कि कल भी अपनी क्लासिस कंटिन्यू रहनगियां, जो भी अज क्लासिस चलणगियां वही कंटिन्यू अगे चलणगियां। सो तुसीं जुड़े रहो। तुहाडी क्वेरीज जिहड़ियां भी होणगियां, कुछ एक बच्चे दी मैं शायद आंसर नहीं दे पा रहा, तो डोंट वरी। कल दी क्लास होएगी। टाइमिंग तुहानू बहुत जल्दी शो कर दी जाएगी। सेम टाइमिंग रहेगी, सेम टाइम स्टूडेंट्स 6 बजे शाम ਨੂੰ 6 ਵਜੇ ਤੁਸੀਂ ਆਨਲਾਈਨ ਰਹਿਣਾ ਹੈ। ਅੱਛੀ ਤਰੀਕੇ ਨਾਲ ਤੁਸੀਂ ਖਾ ਪੀ ਕੇ ਤੰਦਰੁਸਤ ਰਹੋ, ਕੋਵਿਡ ਤੋਂ ਬਚੋ, ਜੋ ਵੀ ਗਾਈਡਲਾਈਨਸ ਉਹਨਾਂ ਨੂੰ ਯੂਜ਼ ਕਰੋ ਐਂਡ अच्छे तरीके ਨਾਲ तंदुरुस्त रहो। तो अपने आपदे कोल एक पानी की बोतल जरूर रखो ताकि हल्का फुल्का तुहानू साइकोलॉजिकल टर्म्स बड़ी अच्छी तरीके ਨਾਲ समझ आन। हल्की फुल्की सिप लैंदे रहो। कल आप मिलते हैं, जो भी डाउट्स होंगे तुसी क्वेरीज विच चैट बॉक्स से डील करो। तो आप अगों कल मिलते हैं। थैंक यू वेरी मच। ओके। ना जी ना, तुसी ना करे, मैं अजे सर नू कहा सर